ਆਪ ਜੀ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਨਾ ਗੱਲ ਅਮੀਰਾਂ ਦੀ ਤੇ ਨਾਹੀਂ ਗੱਲ ਗਰੀਬਾਂ ਦੀ, ਤੇਰੇ ਦਰ ਤੇ ਆਉਣਾ ਜੀ ਸਾਈਂ ਜੀ ਗੱਲ ਨਸੀਬਾਂ ਦੀ। ਨਾ ਗੱਲ ਅਮੀਰਾਂ ਦੀ ਤੇ ਨਾਹੀਂ ਗੱਲ ਗਰੀਬਾਂ ਦੀ, ਤੇਰੇ ਦਰ ਤੇ ਆਉਣਾ ਜੀ ਸਾਈਂ ਜੀ ਗੱਲ ਨਸੀਬਾਂ ਦੀ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਜੋ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਹੋ। ਇਹ ਮਹਾਂਪੁਰਖਾਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ। ਇਹ ਬਰਸੀ ਸਮਾਗਮ ਤੇ ਕਾਫੀ ਸੰਗਤ ਦਾ ਇਕੱਠ ਹੁੰਦਾ ਹੈ ਅਤੇ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਂਦੀ ਹੈ। ਉੱਥੇ ਹੀ ਇਸ ਸਥਾਨ ਦੇ ਉੱਤੇ ਹਰ ਪਾਸੇ ਜਿੱਧਰ ਵੀ ਆਪਾਂ ਵੇਖਦੇ ਹਾਂ ਕਲਗੀਧਰ ਪਾਤਸ਼ਾਹ ਦਾ ਨੂਰ ਨਜ਼ਰ ਆਉਂਦਾ ਹੈ। ਸੋ ਇਸ ਨੂਰ ਨੂੰ ਆਪਾਂ ਇੱਥੇ ਨਹੀਂ ਛੱਡ ਕੇ ਜਾਣਾ, ਆਪਣੇ ਘਰਾਂ ਤੱਕ ਵੀ ਲੈ ਕੇ ਜਾਣਾ ਕਿ ਕਲਗੀਧਰ ਪਾਤਸ਼ਾਹ ਅੱਜ ਸਾਨੂੰ ਕਿਸ ਤਰ੍ਹਾਂ ਕਹਿ ਰਹੇ ਕਿ ਤੁਸੀਂ ਖੰਡੇ ਬਾਟੇ ਦੀ ਪੌਲ ਛਕੋ, ਆਓ ਤਿਆਰ ਬਰ ਤਿਆਰ ਸਿੰਘ ਸਜੋ, ਅੰਮ੍ਰਿਤ ਵੇਲਾ ਸੰਭਾਲੋ। ਉਸ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਜੋ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਲਿਖਵਾਈ ਹੈ, ਆਓ ਪਿਆਰ ਦੇ ਨਾਲ ਸਰਵਣ ਕਰੋ ਅਤੇ ਆਪ ਸਭ ਅਸੀਸ ਬਖਸ਼ਿਸ਼ ਕਰੋ ਜੀ। ਬਾਜਾਂ ਵਾਲਾ ਵਾਜਾਂ ਮਾਰਦਾ, ਆਜਾ ਖੰਡੇ ਵਾਲੀ ਰੰਗਤ ਚੜਾਵਾਂ। ਬਾਜਾਂ ਵਾਲਾ ਵਾਜਾਂ ਮਾਰਦਾ, ਆਜਾ ਖੰਡੇ ਵਾਲੀ ਰੰਗਤ ਚੜਾਵਾਂ। ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਜੀ ਬਾਜਾਂ ਵਾਲਾ ਵਾਜਾਂ ਮਾਰਦਾ, ਆਜਾ ਖੰਡੇ ਵਾਲੀ ਰੰਗਤ ਚੜਾਵਾਂ। ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਮੇਰਾ ਖਾਸ ਰੂਪ ਖਾਲਸਾ ਮੈਨੂੰ ਜਾਨ ਤੋਂ ਪਿਆਰਾ ਲੱਗਦਾ ਜੀ। ਮੇਰਾ ਖਾਸ ਰੂਪ ਖਾਲਸਾ ਮੈਨੂੰ ਜਾਨ ਤੋਂ ਪਿਆਰਾ ਲੱਗਦਾ। ਤੁਰੇ ਜਦੋਂ ਸ਼ਾਨਾਂ ਨਾਲ ਜੀ, ਤੁਰੇ ਜਦੋਂ ਸ਼ਾਨਾਂ ਨਾਲ ਜੀ, ਬੜਾ ਸ਼ੇਰਾਂ ਦਾ ਕਾਫਲਾ ਫੱਬਦਾ। ਤੁਰੇ ਜਦੋਂ ਸ਼ਾਨਾਂ ਨਾਲ ਜੀ,
ਪਬ ਦਾ। ਮੇਰਾ ਪਿੰਡ ਤੇ ਪ੍ਰਾਨ ਖਾਲਸਾ, ਮੇਰਾ ਪਿੰਡ ਤੇ ਪ੍ਰਾਨ ਖਾਲਸਾ। ਜੀ ਮੈਂ ਵਾਰੇ ਵਾਰੇ ਇਸ ਉੱਤੋਂ ਜਾਵਾਂ, ਬਾਜਾਂ ਵਾਲਾ ਬਾਜਾਂ ਮਾਰਦਾ। ਆਜਾ ਖੰਡੇ ਵਾਲੀ ਰੰਗਤ ਚੜਾਵਾਂ, ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਪ੍ਰੇਮ ਵਿੱਚ ਆ ਕੇ ਗੁਰਾਂ ਨੇ ਵਰ ਦਿੱਤੇ ਨੇ ਜੀ ਖਾਲਸੇ ਨੂੰ ਪਾਰੀ। ਪ੍ਰੇਮ ਵਿੱਚ ਆ ਕੇ ਗੁਰਾਂ ਨੇ ਵਰ ਦਿੱਤੇ ਨੇ ਜੀ ਖਾਲਸੇ ਨੂੰ ਪਾਰੀ। ਉਹਨੂੰ ਹੋਣਗੇ ਦੀਦਾਰ ਅਸਾਂ ਦੇ ਜਿੰਨੇ ਖਾਲਸੇ ਦੀ ਮੂਰਤ ਨਿਹਾਰੀ। ਉਹਨੂੰ ਹੋਣਗੇ ਦੀਦਾਰ ਅਸਾਂ ਦੇ ਜੀ ਜਿੰਨੇ ਖਾਲਸੇ ਦੀ ਮੂਰਤ ਨਿਹਾਰੀ। ਦੇ ਕੇ ਪੌਲ ਖੰਡੇ ਤਾਰ ਦੀ, ਆਜਾ ਗਿੱਦੜਾਂ ਤੋਂ ਸ਼ੇਰ ਬਣਾਵਾਂ। ਬਾਜਾਂ ਵਾਲਾ ਬਾਜਾਂ ਮਾਰਦਾ, ਆਜਾ ਖੰਡੇ ਵਾਲੀ ਰੰਗਤ ਚੜਾਵਾਂ। ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਕੋਲ ਕੇ ਪਤਾਸੇ ਪਾਣੀ 'ਚ ਤੈਨੂੰ ਅੰਮ੍ਰਿਤ ਬਾਟੇ 'ਚੋਂ ਪਿਲਾਵਾਂ। ਪੰਜ ਸੀਸ ਮੰਗੇ ਗੁਰਾਂ ਨੇ, ਸਿੰਘਾਂ ਆਣ ਕੇ ਸੀ ਹਾਜ਼ਰ ਕੀਤੇ। ਪੰਜ ਸੀਸ ਮੰਗੇ ਗੁਰਾਂ ਨੇ, ਸਿੰਘਾਂ ਆਣ ਕੇ ਸੀ ਹਾਜ਼ਰ ਕੀਤੇ। ਮੇਰੇ ਕਲਗੀਆਂ ਵਾਲੇ ਨੇ ਸਿੰਘ ਮਾਰ ਕੇ ਜੀਵਾਲੇ ਕੀਤੇ। ਮੇਰੇ ਕਲਗੀਆਂ ਵਾਲੇ ਨੇ ਸਿੰਘ ਮਾਰ ਕੇ ਜੀਵਾਲੇ ਕੀਤੇ। ਕਹਿੰਦੇ ਮੈਨੂੰ ਵੀ ਛਕਾਓ ਪੌਲ ਜੀ, ਮੈਂ ਵੀ ਸਿੱਖੀ ਉਤੋਂ ਜਿੰਦੜੀ ਲੁਟਾਵਾਂ। ਬਾਜਾਂ ਵਾਲਾ ਬਾਜਾਂ ਮਾਰਦਾ, ਆਜਾ ਖੰਡੇ ਵਾਲੀ ਰੰਗਤ ਚੜਾਵਾਂ। ਸੋ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਇੰਨਾ ਜ਼ਿਆਦਾ ਪ੍ਰੇਮ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ, ਕਿਸੇ ਨੇ ਇੰਨਾ ਪ੍ਰੇਮ ਬਖਸ਼ਿਆ ਹੀ ਨਹੀਂ। ਆਪਣੇ ਪੁੱਤਰਾਂ ਵਾਂਗੂ ਖਾਲਸੇ ਨੂੰ ਸਮਝਦੇ ਹਨ ਗੁਰੂ ਸਾਹਿਬ, ਆਪਣੀ ਛਾਤੀ ਨਾਲ ਲਾ ਕੇ ਰੱਖਦੇ ਹਨ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਿੱਖੀ ਦੇ ਸਿਧਾਂਤਾਂ ਨੂੰ ਫੋਲੋ ਕਰੀਏ। ਸਾਧ ਸੰਗਤ ਜੀ, ਮੈਂ ਆਪ ਸਭ ਦੇ ਚਰਨਾਂ ਦੀ ਧੂੜ ਹਾਂ। ਕਦੀ ਸੋਚਿਆ ਵੀ ਨਹੀਂ ਸੀ ਆਪਣੀ ਜ਼ਿੰਦਗੀ ਵਿੱਚ ਕਿ ਕਦੀ ਇਸ ਸਥਾਨ ਤੇ ਹਾਜ਼ਰੀ ਭਰਨ ਦਾ ਮੈਨੂੰ ਮੌਕਾ ਮਿਲੇਗਾ। ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਸਥਾਨ ਤੇ ਹਾਜ਼ਰੀ ਲਵਾਈ। ਮੇਰੇ ਤੋਂ ਬੋਲਦਿਆਂ ਲੱਖਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਸਭਨਾਂ ਨੇ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੀਬੀ ਹਰਮੀਤ ਕੌਰ ਜੀ, ਜਿਨ੍ਹਾਂ ਨੇ ਆਪ ਜੀ ਨੂੰ ਕਵਿਤਾ ਰਾਹੀਂ ਇਤਿਹਾਸ ਸਰਵਣ ਕਰਵਾਇਆ। ਮੈਂ ਹੁਣ ਬੇਨਤੀ ਕਰਾਂਗਾ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਉਹ ਤਕਰੀਬਨ 1 ਘੰਟੇ ਵਾਸਤੇ ਆਪ ਸੰਗਤ ਦੀ ਸੇਵਾ ਸ਼ਬਦ ਗੁਰੂ ਵਿਚਾਰ ਦੇ ਰਾਹੀਂ ਕਰਨਗੇ। ਸਟੇਜ ਦੇ ਉੱਤੇ
ਸੁਭਾਏਮਾਨ ਮਹਾਂਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਜਥੇਦਾਰ ਭਾਈ ਅਮਰੀਕ ਸਿੰਘ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਬੈਠੇ ਨੇ ਔਰ ਅਨੇਕਾਂ ਹੀ ਨਾਲ ਉਹਨਾਂ ਦੇ ਸਿੰਘ ਸੰਗਤਾਂ ਬੈਠੀਆਂ ਨੇ। ਜਿੰਨੇ ਵੀ ਸਿੰਘ ਗੁਰੂ ਕੀਆਂ ਸੰਗਤਾਂ ਦੇਸ਼ ਅਤੇ ਵਿਦੇਸ਼ ਤੋਂ ਆਈਆਂ ਨੇ, ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਗੁਰਦੁਆਰਾ ਲੰਗਰ ਸੰਪਰਦਾਇ ਵੱਲੋਂ ਆਪ ਸਾਰਿਆਂ ਨੂੰ ਜਿੰਨੇ ਵੀ ਕਦਮ ਚੱਲ ਕੇ ਆਏ ਜੇ, ਮਹਾਂਪੁਰਸ਼ਾਂ ਦੇ ਸਿਰ ਮੱਥੇ ਸਤਿਗੁਰੂ ਜੀ ਰਹਿਮਤ ਕਰਨ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਵਿਚਾਰ ਦੇ ਨਾਲ ਜੋੜਨਾ ਕਰਨਗੇ। ਤਕਰੀਬਨ 1 ਘੰਟੇ ਵਾਸਤੇ ਭਾਈ ਸਾਹਿਬ ਜੀ ਦਾ ਸਮਾਂ। ਉਸ ਤੋਂ ਉਪਰੰਤ ਕੌਮ ਦੇ ਮਹਾਨ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ, ਉਹਨਾਂ ਦਾ ਸਮਾਂ ਵੀ ਹੈ। ਉਹਨਾਂ ਨੇ ਇਹਨਾਂ ਤੋਂ ਬਾਅਦ ਆਪ ਜੀ ਦੇ ਦਰਸ਼ਨ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ਼ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋਂ ਬਣਜਿਆ ਨਾਮ ਗੋਬਿੰਦ ਕਾ, ਸੰਤੋਂ ਬਣਜਿਆ ਨਾਮ ਗੋਬਿੰਦ ਕਾ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋਂ ਬਣਜਿਆ ਨਾਮ ਗੋਬਿੰਦ ਕਾ, ਨਿਭਹੀ ਖੇਪ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ। ਛੂਟ ਗਈ ਸੰਸਾਰੀ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੁ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਅਕਾਲ ਸਰੂਪ, ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਵਿੱਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੇ ਸਾਵਧਾਨ ਹੋ ਕੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਇਸ ਮਹਾਨ ਸਮਾਗਮ ਵਿੱਚ ਬੜੀ ਦੂਰੋਂ ਚੱਲ ਕੇ ਮਨ ਵਿੱਚ ਸ਼ਰਧਾ ਪ੍ਰੇਮ ਲੈ ਕੇ ਪਹੁੰਚੇ ਹੋ। ਅੰਮ੍ਰਿਤ ਵੇਲੇ ਤੋਂ ਦੀਵਾਨ ਚੱਲ ਰਿਹਾ ਹੈ, ਆਸਾ ਦੀ ਵਾਰ। ਗੁਰੂ ਇਤਿਹਾਸ ਹੁਣੇ ਬੱਚੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਮਨ ਵਿੱਚ ਪਿਆਰ ਲੈ ਕੇ ਕਲਗੀਧਰ ਪਾਤਸ਼ਾਹ ਦਾ ਪਿਆਰ ਲੈ ਕੇ ਇਸ 3 ਦਿਨਾਂ ਸਮਾਗਮ ਵਿੱਚ ਪਹੁੰਚੇ ਹਾਂ। ਰੱਬ ਦੇ ਪਿਆਰਿਆਂ ਨੇ ਇਸ ਸੰਸਾਰ ਦੀ ਸਭ ਤੋਂ ਵੱਡੀ ਚੀਜ਼ ਦਾ ਵਪਾਰ ਕੀਤਾ। ਵਪਾਰੀ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਚੀਜ਼ ਨੂੰ ਹਰ ਇੱਕ ਮਨੁੱਖ ਵਣਜਦਾ ਹੈ। ਵਣਜਦਾ ਉਸ ਚੀਜ਼ ਨੂੰ ਹੈ ਜਿਹਦੇ ਵਾਸਤੇ ਉਹਦੇ ਮਨ ਦੇ ਵਿੱਚ ਮੁੱਲ ਪੈਦਾ ਹੁੰਦਾ, ਵੈਲਿਊ ਪੈਦਾ ਹੁੰਦੀ। ਜਿਸ ਚੀਜ਼ ਬਾਰੇ ਮੁੱਲ ਪੈਦਾ ਨਹੀਂ ਹੁੰਦਾ ਉਹਨੂੰ ਕਦੀ ਉਹ ਖਰੀਦਦਾ ਨਹੀਂ। ਜਿਹੜੀ ਚੀਜ਼ ਬਾਰੇ ਉਹ ਸੋਚੇ ਵੀ ਇਹ ਵਿਅਰਥ ਹੈ ਉਹਨੂੰ ਛੱਡ ਦਿੰਦਾ ਹੈ। ਅਕਾਲ ਪੁਰਖ ਦੇ ਪਿਆਰਿਆਂ ਨੇ, ਸਾਧੂਆਂ ਨੇ, ਮਹਾਂਪੁਰਸ਼ਾਂ ਨੇ, ਬਾਬਾ ਸ਼ੀਸ਼ਾ ਸਿੰਘ ਜੀ ਨੇ ਇਸ ਨਾਮ ਦਾ ਵਪਾਰ ਕਰਨ ਦਾ ਬਹੁਤ ਵੱਡਾ ਫੈਸਲਾ ਲਿਆ ਸੀ। ਕਿਉਂਕਿ ਇੱਕ ਹੁੰਦਾ ਹੈ ਕਿ ਆਪਾਂ ਪਹਿਲਾਂ ਤੋਂ ਗੁਰੂ ਘਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਹਾਂ, ਇਹ ਵੀ ਬੜੀ ਵੱਡੀ ਸੇਵਾ ਹੈ। ਪਰ ਸੰਸਾਰ ਦੇ ਗ੍ਰਸਤ ਦੇ ਉਸ ਮੋੜ ਦੇ ਉੱਤੇ ਆ ਕੇ ਆਪੋ ਆਪਣੀ ਸੋਚ ਹੈ। ਕਈ ਕਹਿੰਦੇ ਹੋਣਗੇ ਪਰਿਵਾਰ ਨਹੀਂ ਛੱਡਣਾ ਚਾਹੀਦਾ, ਪਰਿਵਾਰ ਵੱਡਾ ਹੁੰਦਾ। ਠੀਕ ਹੈ ਗੱਲ, ਪਰਿਵਾਰ ਦੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਹਨ। ਪਰ ਸਾਧ ਸੰਗਤ ਜੀ, ਜੇ ਕੋਈ ਉਦੋਂ ਵੱਡਾ ਪਰਿਵਾਰ ਉਹਦੀ ਸੇਵਾ ਮਿਲਦੀ ਹੋਵੇ ਤੇ ਫਿਰ ਛੋਟੇ ਪਰਿਵਾਰ ਨੂੰ ਛੱਡਦਿਆਂ ਗੁਰਮਤਿ ਵਿੱਚ ਕੋਈ ਹਰਜ ਨਹੀਂ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਛੱਡ ਦੇਣਾ, ਯਾਨੀ ਕਿ ਅੰਦਰੋਂ ਅਟੈਚਮੈਂਟ ਜਿਹੜੀ ਹੈ ਉਹ ਖਤਮ ਕਰ ਦੇਣੀ। ਤੇ ਉਹ ਤਾਂ ਮਨੁੱਖ ਏਡੀ ਵੱਡੀ ਸਿਰ ਦੀ ਬਾਜੀ ਲਾਏਗਾ। ਇਹ ਸਿਰ ਧੜ ਦੀ ਬਾਜੀ ਆਪਾਂ ਰਾਤ ਵੀ ਵਿਚਾਰ ਕੀਤੀ ਸੀ ਵੀ ਧਰਮ ਕੋਈ ਖੇਡ ਨਹੀਂ ਹੈ ਬੱਚਿਆਂ ਦੀ। ਜਿਵੇਂ ਕਬੀਰ ਜੀ ਕਹਿੰਦੇ, ਲੋਗਣ ਰਾਮ ਖਿਲਾਉਣਾ ਜਾਨਾ, ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਇਹਦਾ ਮੁੱਲ ਇਕੱਠਾ ਕਰਨ ਲੱਗਿਆ ਬੜਾ ਚਿਰ ਲੱਗਦਾ ਸਾਧ ਸੰਗਤ ਜੀ, ਕਈ ਜਨਮ ਲੱਗ ਜਾਂਦੇ ਤਾਂ ਇਹਦਾ ਮੁੱਲ ਸਾਡੇ ਕੋਲ ਆਉਂਦਾ ਪਹਿਲਾਂ। ਠੀਕ ਹੈ, ਅਸੀਂ ਕਹਿੰਦੇ ਹਾਂ ਸਭ ਕੁਝ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੁੰਦਾ ਹੈ, ਗੁਰੂ ਦੀ ਮਿਹਰ ਨਾਲ ਹੀ ਹੁੰਦਾ ਸਭ ਕੁਝ। ਪਰ ਜਿਹੜੀ ਚੀਜ਼ ਅਸੀਂ ਵਿਹਾਂਜਣੀ ਹੈ, ਜਦੋਂ ਕੋਈ ਸੇਵਕ ਕਈ ਵਾਰੀ ਸੁਣ ਕੇ ਇਸ ਗਲੀ ਵਿੱਚ ਤੁਰ ਪੈਂਦਾ ਵੀ ਮੈਂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਖੁਸ਼ੀ ਲੈਣੀ, ਬੜੇ ਅਸੀਂ ਤੁਰਨੇ ਹਾਂ, ਤੁਰਨਾ ਚਾਹੀਦਾ। ਮਹਾਰਾਜ ਉਹਦੇ ਤੋਂ ਪਹਿਲਾਂ ਇੱਕ ਗੱਲ ਕਹਿੰਦੇ ਨੇ, ਕਹਿਣ ਲੱਗੇ ਆਪਣੇ ਆਪ ਨੂੰ ਥੋੜਾ ਜਿਹਾ ਚੈੱਕ ਕਰ ਲੈ। ਜਿਸ ਬਾਜ਼ਾਰ ਵਿੱਚ ਤੂੰ ਵੜਨ ਲੱਗਾ ਉੱਥੋਂ ਕੁਝ ਖਰੀਦਣ ਵਾਸਤੇ ਤੇਰੇ ਕੋਲ ਪੈਸੇ ਵੀ ਹੈਣ ਕਿ ਨਹੀਂ, ਕਿਉਂਕਿ ਪੈਸੇ ਤੋਂ ਬਿਨਾਂ ਤੇ ਫਿਰ ਵੇਖਣਾ ਚੱਕਣਾ ਹੀ ਹੈ। ਦੁਕਾਨ ਸਾਰੀ ਫੁਲਵਾ ਲਈ, ਦੁਕਾਨ ਵਾਲੇ ਨੇ ਕੱਪੜੇ ਕੱਢ ਕੇ ਵਿਖਾ ਦਿੱਤੇ। ਜਦੋਂ ਲੈਣ ਦੀ ਵਾਰੀ ਆਈ ਤੇ ਲੈਣ ਵਾਲਾ ਕਹਿੰਦਾ ਮੇਰੇ ਕੋਲ ਮਾਇਆ ਕੋਈ ਨਹੀਂ। ਇਹਨੂੰ ਮਹਾਰਾਜ ਕਹਿੰਦੇ ਬਿਨ ਪੂੰਜੀ ਸੌਦੇ ਕੋ ਧਾਵੈ। ਕੋਲ ਅਜੇ ਧਨ ਨਹੀਂ ਜੋੜਿਆ ਤੇ ਸੌਦਾ ਲੈਣ ਵਾਸਤੇ ਤੁਰ ਪਿਆ। ਇਹ ਸਾਰਾ ਕੁਝ ਜੋ ਅੰਮ੍ਰਿਤ ਦੀ ਦਾਤ ਲੈ ਕੇ ਸਿੱਖ ਕਮਾਈ ਕਰਦਾ, ਨਾਮ ਦੀ ਸੇਵਾ, ਸਿਮਰਨ, ਬੰਦਗੀ, ਗੁਰੂ ਦੇ ਹੁਕਮ ਵਿੱਚ ਚੱਲਣਾ,
ਇਹ ਸਾਰਾ ਛੋਟਾ ਛੋਟਾ ਕਰਕੇ, ਥੋੜਾ ਥੋੜਾ ਕਰਕੇ ਸਾਡੇ ਕੋਲ ਉਹ ਸੰਪत्ति ਆਉਣ ਲੱਗ ਪੈਂਦੀ, ਉਹ ਜਾਇਦਾਦ ਇਕੱਠੀ ਹੋਣ ਲੱਗ ਪੈਂਦੀ ਹੈ। ਤੇ ਜਿੱਦਣ ਉਹ ਜਾਇਦਾਦ ਇਕੱਠੀ ਹੋ ਜਾਂਦੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਵੀ ਆ ਜਾ ਸਿੱਖਾ, ਹੁਣ ਤੇਰੇ ਕੋਲ ਮੁੱਲ ਦੇਣ ਜੋਗਾ ਕੁਝ ਹੈ, ਤੂੰ ਹੁਣ ਕੁਝ ਵੇਚ ਸਕਣਾ ਹੈ, ਜਿਹਦੇ ਮੁਕਾਬਲੇ ਵਿੱਚ ਮੈਂ ਤੈਨੂੰ ਸਿੱਖੀ ਦਿਆਂਗਾ। ਸੁਖਮਣੀ ਸਾਹਿਬ ਦੇ ਵਿੱਚ ਤੁਸੀਂ ਪੜ੍ਹਦੇ ਹੋ, ਵੇਚਣਾ ਪੈਂਦਾ ਕੁਝ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਾਰਜ ਰਾਸ ਆਉਣ ਦੀ ਚਾਹਤ ਹਰ ਇੱਕ ਬੰਦੇ ਦੇ ਵਿੱਚ ਹੈ, ਪਰ ਕਾਰਜ ਰਾਸ ਉਹਨਾਂ ਚਿਰ ਆਉਂਦੇ ਨੇ, ਇੱਕ ਉਹਨੂੰ ਕਹਿੰਦੇ ਨੇ ਕਾਰਜਕਾਰੀ ਤੌਰ ਤੇ। ਕੋਈ ਇਸ ਤਰ੍ਹਾਂ ਦਾ ਅਹੁਦਾ ਹੋਵੇ ਨਾ, ਇੱਕਦਮ ਖਾਲੀ ਹੋ ਜਾਏ, ਤੇ ਉਹਦੇ ਤੇ ਫਿਰ ਉਹ ਜਿਹੜਾ ਸਿਸਟਮ ਹੈ ਉਹ ਇੱਕ ਐਕਟਿੰਗ ਯਾਨੀ ਕਿ ਥੋੜੇ ਚਿਰ ਵਾਸਤੇ ਕਾਰਜਕਾਰੀ ਲਾ ਦਿੰਦਾ, ਕਾਰਜਕਾਰੀ ਵੀ ਇਹ ਉਹਨਾਂ ਚਿਰ ਕੰਮ ਚਲਾਏਗਾ। ਦੁਨੀਆ ਦੇ ਜਿੰਨੇ ਕਾਰਜ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਆ ਵੀ ਮਹਾਰਾਜ ਸਾਡੇ ਕਾਰਜ ਪੂਰੇ ਕਰ ਦਿਓ, ਕਹਿਣਾ ਚਾਹੀਦਾ ਇਹ ਲੋੜ ਹੈ ਸੰਸਾਰ ਦੀ, ਪਰ ਇਹ ਗੱਲ ਨਾਲ ਹੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਰੀਆਂ ਚੀਜ਼ਾਂ ਕਾਰਜਕਾਰੀ ਹਨ। ਇਹ ਕੁਝ ਸਮੇਂ ਨੂੰ ਲੰਘਾਉਣ ਵਾਸਤੇ ਹਨ, ਇਹ ਸਾਡੇ ਨਾਲ ਸਦੀਵੀ ਨਹੀਂ ਹਨ, ਸਦਾਕਾਲੀ ਨਹੀਂ ਹਨ। ਇਹ ਸਮੇਂ ਨੂੰ ਅੱਗੇ ਧਿੱਕ ਦਿੰਦੀਆਂ ਨੇ। ਕੋਈ ਚੀਜ਼ ਸਾਲ ਕੱਢਦੀ ਏ, ਕੋਈ 10 ਸਾਲ ਕੱਢ ਜਾਂਦੀ, ਕੋਈ 20 ਸਾਲ, ਕੋਈ 50, ਕਿੰਨਾ ਕੁ ਕੱਢੇਗੀ। ਅਖੀਰ ਨੂੰ ਤਾਂ ਇੱਥੋਂ ਦੀ ਦੁਨੀਆ ਹੀ ਐਸੀ ਏ, ਇੱਥੋਂ ਮਾਤ ਲੋਕ ਕਿਆ ਹੈ, ਮਾਤ ਮੈਨੇ ਮਿੱਟੀ, ਮਿੱਟੀ ਦਾ ਲੋਕ ਹੈ। ਆਪਣਾ ਸਰੀਰ ਹੀ ਲੈ ਲਈਏ, ਕਿੱਥੋਂ ਸ਼ੁਰੂ ਹੋਇਆ ਸੀ। 6-7 ਸਾਲ ਦੀ ਮਾਂ-ਬਾਪ ਨੇ ਚਾਅ ਨਾਲ ਫੋਟੋ ਖਿਚਾਈ, ਉਹਨੂੰ ਵੇਖ ਲਓ। ਫਿਰ ਜਵਾਨੀ ਵਿੱਚ ਆਪਾਂ ਬੜੇ ਖਲੋ ਕੇ ਤਸਵੀਰਾਂ ਖਿਚਾਈਆਂ, ਉਹਨੂੰ ਵੇਖ ਲਈਏ। ਪਰ ਅੱਜ ਅਸੀਂ ਵੇਖਿਆ ਵੀ ਸਰੀਰ ਸਾਰਾ ਹੀ ਬਦਲ ਗਿਆ, ਔਰ ਸਰੀਰ ਲਗਾਤਾਰ ਮੌਤ ਵੱਲ ਸਫ਼ਰ ਕਰ ਰਿਹਾ। ਅਸੀਂ ਜਿੱਦਣ ਤੋਂ ਜਨਮ ਲਿਆ ਹੈ, ਸਾਡਾ ਸਰੀਰ ਲਗਾਤਾਰ, ਸਰੀਰ ਅਸੀਂ ਨਹੀਂ, ਆਤਮਾ ਦੀ ਕੋਈ ਮੌਤ ਨਹੀਂ ਹੈ, ਜੀਵ ਤੱਤ ਦੀ ਕੋਈ ਮੌਤ ਨਹੀਂ ਹੁੰਦੀ। ਜੇ ਉਹ ਜੂਨਾਂ ਵਿੱਚ ਪਾਉਂਦਾ ਹੈ ਤੇ ਆਪਣੀ ਵਾਸ਼ਨਾ ਕਰਕੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਤੇ ਸਾਧੂ ਗੁਰਮੁਖ ਬ੍ਰਹਮ ਗਿਆਨੀ ਉਸ ਨੂੰ ਕਿਹਾ ਜਾਂਦਾ ਹੈ ਜੋ ਮੌਤ ਦੇ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ, ਸਰੀਰ ਦੀ ਜ਼ਿੰਦਗੀ ਨੂੰ ਇੱਕ ਤਰ੍ਹਾਂ ਦੇ ਨਾਲ ਮਾਰ ਦਿੰਦਾ ਹੈ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਮੌਤ ਅਜੇ ਆਉਣੀ ਸੀ, ਯਾਨੀ ਕਿ ਆ ਰਹੀ ਸੀ, ਅਜੇ ਕੋਈ ਚੀਜ਼ ਵਾਪਰਨੀ ਸੀ, ਉਹਨੂੰ ਪਹਿਲਾਂ ਹੀ ਹੰਢਾ ਲਿਆ ਆਪਣੇ ਜੀਵਨ ਦੇ ਉੱਤੇ। ਇਹ ਕੋਈ ਸੌਖਾ ਕਾਰਜ, ਚਲੋ ਮੈਂ ਜ਼ਿਆਦਾ ਨਾ ਕਹਾਂ, ਕਿਤੇ ਇਹਦੇ ਪਰਸੈਂਟੇਜ ਨੇ, ਤੁਸੀਂ ਲੈ ਸਕਦੇ ਹੋ ਕਲਾਸਾਂ ਆਪਣੀਆਂ ਸਿੱਖੀ ਦੀਆਂ। ਜਿਵੇਂ ਇੱਕ ਕਲਾਸ ਦੇ ਕਈ ਡਿਪਾਰਟਮੈਂਟ ਹੁੰਦੇ ਨੇ, ਇਸ ਤਰ੍ਹਾਂ ਸਿੱਖੀ ਦੇ ਵੀ ਕਈ ਡਿਪਾਰਟਮੈਂਟ ਨੇ। ਤੁਸੀਂ 10% ਕਮਾਉਣੀ ਚਾਹੁੰਦੇ ਕਮਾਓ, ਚੰਗੀ ਗੱਲ ਹੈ। 5% ਕਮਾਓ, 20 ਕਮਾਓ, 30 ਕਮਾਓ। ਪਰ ਸਾਇੰਸ ਦੇ ਵਿਦਿਆਰਥੀ ਤਾਂ ਜਾਂ ਸਾਰੇ ਹੀ ਜਾਣਦੇ ਹੋਣਗੇ, ਪਾਣੀ ਉਹਨਾਂ ਚਿਰ ਭਾਪ ਨਹੀਂ ਬਣਦਾ ਜਿੰਨਾ ਚਿਰ 100 ਡਿਗਰੀ ਤੇ ਨਾ ਜਾਏਗਾ, ਉਹਨਾਂ ਚਿਰ ਭਾਪ ਨਹੀਂ ਬਣਦਾ ਪਾਣੀ। ਸੰਤ ਨਹੀਂ ਉਹਨਾਂ ਚਿਰ ਬਣ ਸਕਦਾ ਜਿੰਨਾ ਚਿਰ ਜੀਵਨ 100% ਨਾ ਗੁਰੂ ਨੂੰ ਸੌਂਪ ਦਿੱਤਾ ਜਾਏ। ਉਹਦੇ ਤੋਂ ਪਹਿਲਾਂ ਅਜੇ ਤਿਆਰੀ ਹੋ ਰਹੀ ਹੈ। ਮੈਂ ਇਹ ਗੱਲ ਜ਼ਰੂਰ ਨਾਲ ਕਹਿਣਾ ਹੁੰਦਾ ਵੀ ਦੁਨੀਆ ਦੇ ਵਰਤ ਰਹੇ ਕਿਸੇ ਵੀ ਵਰਤਾਰੇ ਨੂੰ ਤੁਸੀਂ ਜਦੋਂ ਗਿਆਨ ਵਿਵੇਕ ਦੇ ਪੱਖ ਤੇ ਗੁਰੂ ਦੀ ਨਜ਼ਰ ਨਾਲ ਵੇਖਦੇ ਹੋ ਤੇ ਗਲਤ ਕੁਝ ਵੀ ਨਹੀਂ ਹੈ। ਕੋਈ 1% ਤੇ ਕੰਮ ਕਰ ਰਿਹਾ, ਕੋਈ 10 ਤੇ ਕਰ ਰਿਹਾ, ਕੋਈ 20 ਤੇ ਕਰ ਰਿਹਾ, ਕੋਈ 40 ਤੇ 50 ਤੇ, ਪਰ ਹਾਂ ਖੜੋਤ ਨਹੀਂ ਆਉਣੀ ਚਾਹੀਦੀ, ਕੰਮ ਚੱਲਦਾ ਰਹਿਣਾ ਚਾਹੀਦਾ। ਇੱਕ ਸਾਲ ਇਸ ਸਾਲ ਹੋਰ, ਅਗਲੀ ਬਰਸੀ ਨੂੰ ਹੋਰ, ਅਗਲੀ ਨੂੰ ਹੋਰ। ਉਹ ਕੀ ਹੈ ਜਿਹੜਾ ਹੋਰ ਹੋਣਾ ਹੈ? ਉਹਨੂੰ ਗਿਆਨ ਕਹਿੰਦੇ ਨੇ। ਗਿਆਨ ਦੀ ਪਰਿਭਾਸ਼ਾ ਜਦੋਂ ਅਸੀਂ ਅਲਪ ਬੁੱਧ, ਪਰ ਇਹਦੇ ਪੱਖ ਦੇ ਵਿੱਚ ਸਪਸ਼ਟ ਵੀ ਹੋਣਾ ਚਾਹੀਦਾ ਹੈ ਕਿ ਗਿਆਨ ਦਾ ਸੰਬੰਧ ਪੜ੍ਹਾਈ ਨਾਲ ਨਹੀਂ ਹੈ,
ਹੋ ਸਕਦਾ ਕਿਸੇ ਨੂੰ ਇੱਕ ਵੀ ਨਾ ਲਿਖਣਾ ਹੁੰਦਾ ਹੋਵੇ, ਉਹ ਵੀ ਗਿਆਨ ਤੱਕ ਗਿਆ ਹੋਵੇ। ਫਿਰ ਗਿਆਨ ਦੇ ਅਰਥ ਕੀ ਨੇ? ਜੇ ਸੌਖੇ ਪੜ੍ਹਨੇ ਹੋਣ ਤੇ ਸੁਖਮਣੀ ਸਾਹਿਬ ਜਿਹੜੀ ਬਾਣੀ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਤੇ ਉਚਾਰੀ ਹੋਈ ਤਾਂ ਸੀ ਵੀ ਇੱਕ ਤੇ 24 ਘੰਟੇ ਸਫਲ ਹੋ ਜਾਣ, 24 ਅਸ਼ਟਪਦੀਆਂ ਨੇ। ਤੇ ਇੱਕ ਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਰੀਰ ਕਮਜ਼ੋਰ ਹੋਣੇ ਨੇ, ਉਦੋਂ ਬੁੱਧੀਆਂ ਵੀ ਕਮਜ਼ੋਰ ਹੋ ਜਾਣੀਆਂ ਨੇ, ਤੇ ਉਦੋਂ ਫਿਰ ਆਮ ਬੰਦਾ ਸੌਖੀ ਭਾਸ਼ਾ ਵਿੱਚ ਗੱਲ ਨੂੰ ਸਮਝ ਲਏ। ਇੱਕ ਐਸੀ ਬਾਣੀ ਉਚਾਰ ਮਹਾਰਾਜ ਨੇ ਸੁਖਮਣੀ ਸਾਹਿਬ ਉਚਾਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ, ਕਠਿਨ ਗਿਆਨ ਨੂੰ ਜੇ ਸਭ ਤੋਂ ਸੌਖਾ ਕਰਕੇ ਸਮਝਾਇਆ ਗਿਆ ਤੇ ਉਸ ਸੁਖਮਣੀ ਸਾਹਿਬ ਦੇ ਵਿੱਚ। ਇਸ ਲਈ ਤਾਂ ਪੰਡਤਾਂ ਨੇ ਕਹਿ ਦਿੱਤਾ ਮਹਾਰਾਜ ਨੂੰ ਸੰਸਕ੍ਰਿਤ ਨਹੀਂ ਆਉਂਦੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪੰਡਤ ਜੀ, ਇਹ ਕਿਹੜੀ ਗੱਲ ਹੈ? ਸ਼ਲੋਕ ਸੰਸਕ੍ਰਿਤੀ ਮਹੱਲਾ 5ਵਾਂ ਉਚਾਰ ਦਿੱਤਾ, ਸ਼ਲੋਕ ਸੰਸਕ੍ਰਿਤੀ ਉਚਾਰ ਦਿੱਤੀ। ਕਹਿਣ ਲੱਗੇ ਉਚਾਰ ਮੈਂ ਦੇਣਾ, ਪਰ ਹੁਣ ਮੈਨੂੰ ਇਹ ਦੱਸੋ ਪੜ੍ਹਨਗੇ ਸਮਝਣਗੇ ਕਿੰਨੇ ਕੁ ਬੰਦੇ? ਮੈਂ ਉਹ ਗੱਲ ਕਰਨੀ ਹੈ ਜੋ 0 ਤੋਂ 100 ਤੱਕ ਕੰਮ ਕਰਦੀ ਹੋਵੇ। ਗੁਰਬਾਣੀ ਇਹ, ਨਹੀਂ ਤਾਂ ਗਿਆਨ ਤੇ ਮੂਲ ਮੰਤਰ ਵਿੱਚ ਹੀ ਸਾਰਾ ਆ ਜਾਂਦਾ। ਇੱਕ ਓੰਕਾਰ ਸਤਿਨਾਮ, ਇਹਦੇ ਵਿੱਚ ਸਾਰਾ ਰੱਬ ਇੱਕ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰ ਪ੍ਰਸਾਦ। ਪਰਮਾਤਮਾ ਸਰਵ ਵਿਆਪਕ ਹੈ, ਸਾਰੇ ਥਾਵਾਂ ਤੇ ਹੈ, ਮਿਲਦਾ ਗੁਰੂ ਦੀ ਕਿਰਪਾ ਨਾਲ। ਗੁਰੂ ਵਿੱਚ ਆਉਣਾ ਚਾਹੀਦਾ, ਨਹੀਂ ਤੇ ਡਾਇਰੈਕਟ ਅਸੀਂ ਰੋਜ਼ ਕਹੀ ਜਾਂਦੇ ਹਾਂ ਪਰਮਾਤਮਾ ਇੱਥੇ ਹੈ, ਸਾਨੂੰ ਦਿਸਿਆ ਨਹੀਂ ਕਦੀ। ਗੁਰੂ ਵਿਖਾ ਸਕਦਾ, ਵਿੱਚ ਗੁਰੂ ਚਾਹੀਦਾ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਕਾਰਨ ਵੀ ਦੱਸੇ, ਚਲੋ ਮੈਂ ਵਿਸ਼ਾ ਦੂਰ ਚਲਾ ਜਾਏਗਾ, ਮੈਂ ਇਹ ਸ਼ਬਦ ਨਾਲ ਸ਼ੁਰੂ ਕਰਾਂ ਜਿਹਦੇ ਵਿੱਚ ਮਹਾਰਾਜ ਨੇ ਸਾਰੀ ਪਰਿਭਾਸ਼ਾ ਬੜੀ ਸਰਲ ਕਰ ਦਿੱਤੀ। ਤਾਂ ਉਹਦੇ ਵਿੱਚ ਗਿਆਨ ਦੀ ਗੱਲ ਕਰਦੇ ਵੀ ਗਿਆਨ ਪੜ੍ਹੇ ਨੂੰ ਵੀ ਹੋ ਸਕਦਾ ਹੈ ਤੇ ਗਿਆਨ ਅਨਪੜ੍ਹ ਨੂੰ ਵੀ ਹੋ ਸਕਦਾ ਹੈ। ਤੇ ਇਹ ਗੱਲ ਪੱਲੇ ਜ਼ਰੂਰ ਬੰਨਣਾ ਵੀ ਇਹਦਾ ਮਤਲਬ ਇਹ ਨਾ ਕਰ ਲੈਣਾ ਵੀ ਸਾਨੂੰ ਪੜ੍ਹਨ ਦੀ ਕੋਈ ਲੋੜ ਨਹੀਂ। ਨਹੀਂ, ਅੱਜ ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਵੇਖੋ, ਪਿੰਡਾਂ ਦੀ ਹਾਲਾਤ ਵੇਖੋ ਜਾ ਕੇ। 70% ਐਸੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਗੁਰਦੁਆਰੇ ਵਿੱਚ ਪਾਠ ਕਰਨ ਵਾਸਤੇ ਕੇਸਾਧਾਰੀ ਗ੍ਰੰਥੀ ਨਹੀਂ। ਤੁਸੀਂ ਇਹ ਫਾਜ਼ਿਲਕਾ ਫਿਰੋਜ਼ਪੁਰ ਬੈਲਟ ਵਿੱਚ ਚਲੇ ਜਾਓ, ਇਹ ਸਾਡੇ ਪੰਜਾਬ ਦੀ ਹਾਲਤ ਹੈ, ਇਹਨੂੰ ਵੀ ਵਿਚਾਰਨਾ ਪਏਗਾ। ਪੰਜਾਬ ਦੇ ਗੜ੍ਹ ਦੇ ਵਿੱਚ ਨੇੜੇ ਅਸੀਂ ਲੋਕਾਂ ਨੂੰ ਦੱਸਣ ਉੱਥੇ ਨਹੀਂ ਦੱਸ ਸਕੇ। ਕੱਲ ਬਾਬਾ ਜੀ ਨਾਲ ਵਿਚਾਰ ਹੋ ਰਹੀ ਸੀ ਵੀ ਹਿੰਦੀ ਵਿੱਚ ਵੀ ਆਪਾਂ ਨੂੰ ਚਾਹੀਦਾ ਉਦਮ ਕਰਨਾ ਜਾਂ ਹੋਰ ਭਾਸ਼ਾ ਵਿੱਚ, ਪਰ ਸਾਧ ਸੰਗਤ ਜੀ ਅਸੀਂ ਤੇ ਪੰਜਾਬ ਵਿੱਚ ਵੀ ਨਹੀਂ ਦੱਸ ਸਕੇ। ਪੰਜਾਬ ਵਿੱਚ 70-80% ਪ੍ਰਚਾਰ ਤੋਂ ਖਾਲੀ ਪਏ ਨੇ ਪਿੰਡ। ਬਿਲਕੁਲ ਜਿੱਥੇ ਕਿਸੇ ਦਾ ਆਵਾਜਾਈ ਹੈ, ਜਿੱਥੇ ਕਿਸੇ ਦਾ ਲੈਣ ਦੇਣ ਹੈ, ਉਹ ਕਥਾਵਾਚਕ, ਉਹ ਵਿਦਵਾਨ, ਉਹ ਸੰਤ ਉਹਨੇ ਕੁ ਦਾਇਰੇ ਵਿੱਚ ਕੰਮ ਕਰ ਰਿਹਾ, ਉਹਦੇ ਤੋਂ ਬਾਹਰ ਨਹੀਂ ਜਾ ਰਿਹਾ। ਬੜੇ ਲੋਕ ਕਹਿੰਦੇ ਨੇ ਸਾਨੂੰ 10 ਗੁਰੂਆਂ ਦੇ ਨਾਵਾਂ ਤਾਂ ਵੀ ਨਹੀਂ ਪਤਾ, ਤੁਸੀਂ ਕਿਹੜੇ ਬ੍ਰਹਮ ਗਿਆਨ ਨੂੰ ਐਡੀ ਔਖੀਆਂ ਗੱਲਾਂ ਨੂੰ ਕਹਿਣ ਲੱਗ ਪਏ? ਇਹਦੇ ਤਾਂ ਜ਼ਿੰਮੇਵਾਰ ਸਾਧ ਸੰਗਤ ਜੀ ਸਾਨੂੰ ਹੋਣਾ ਪੈਣਾ ਹੈ। ਇਹ ਗੱਲ ਤਾਂ ਕਲਗੀਆਂ ਵਾਲੇ ਨੇ ਸਾਨੂੰ ਕੱਲੇ ਕੱਲੇ ਨੂੰ ਪੁੱਛਣੀ ਹੈ ਕਿ ਤੁਸੀਂ ਆਪਣੇ ਵਾਸਤੇ ਤੇ ਸਿੱਖ ਬਣੇ, ਮੁਬਾਰਕ ਹੈ, ਪਰ ਤੁਸੀਂ ਉਸ ਸਿੱਖੀ ਵਾਸਤੇ ਕੀ ਕੰਮ ਕੀਤਾ ਜਿਹਦੇ ਵਾਸਤੇ? ਵੈਸੇ ਮਹਾਰਾਜ ਕੋਈ ਜ਼ਿਕਰ ਕਰਦੇ ਨਹੀਂ ਵੀ ਮੈਂ ਕੁਰਬਾਨੀ ਕੀਤੀ, ਉਹ ਤਾਂ ਅਸੀਂ ਕਹਿੰਦੇ ਉਹਨਾਂ ਦੀ ਗੱਲ ਵੀ ਉਹਨਾਂ ਇੰਨੀ ਵੱਡੀ ਕੁਰਬਾਨੀ ਕੀਤੀ। ਕਿਸੇ ਪਿੰਡ ਵਿੱਚ ਜਾਓ, ਉੱਥੇ ਅੰਮ੍ਰਿਤਧਾਰੀ ਸਿੰਘਾਂ ਨੂੰ ਮਿਲੋ, 2-4-10 ਮਿਲ ਹੀ ਜਾਣਗੇ। ਉਹਨਾਂ ਨੂੰ ਕਹੋ, ਅੱਗੋਂ ਉੱਥੇ ਅਸੀਂ ਕਹਿੰਦੇ ਆ ਵੀ ਨਹੀਂ, ਸੁਣਦਾ ਕੋਈ ਨਹੀਂ, ਕਰਦਾ ਕੋਈ ਨਹੀਂ। ਅਸੀਂ ਚਾਹੁੰਦੇ ਆ, ਸਾਡੇ ਵਿਦਵਾਨ ਚਾਹੁੰਦੇ ਨੇ ਕਿ 10,000 ਦਾ ਕੱਟ ਸਾਨੂੰ ਕਰਕੇ ਦਿਓ, ਅਸੀਂ ਗੱਡੀ ਤੋਂ ਉਤਰੀਏ, 1 ਘੰਟਾ ਧੜਾ ਧੜ ਜੋ ਲਿਖ ਕੇ ਤਿਆਰੀ ਕੀਤੀ ਸੀ ਬੋਲ ਕੇ ਚੱਲਦੇ ਬਣੀਏ, ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਇਸ ਤਰ੍ਹਾਂ ਸਿੱਖੀ ਨਹੀਂ ਵਧਣੀ। ਗੁਰੂ ਨੇ ਕੱਲੇ ਕੱਲੇ ਨਾਲ ਜਾ ਕੇ ਗੱਲ ਕੀਤੀ ਸੀ, ਔਰ ਗੁਰੂ ਸਾਹਿਬ ਨੇ ਕੱਲੇ ਕੱਲੇ ਥਾਂ ਤੇ ਗੁਰਮੁਖ ਥਾਪੇ ਸੀ। ਇਹ ਵੀ ਧਿਆਨ ਵਿੱਚ ਰੱਖਣਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਮੰਜੀ ਪ੍ਰਥਾ ਖਤਮ ਕਰ ਦਿੱਤੀ ਸੀ। ਮੰਜੀ ਪ੍ਰਥਾ ਕਿੱਥੇ ਖਤਮ ਕੀਤੀ ਸੀ? ਵੀ ਇੱਕ ਬੰਦੇ ਦੀ ਵਨ ਮੈਨ ਸਿਸਟਮ ਗੁਰੂ ਸਾਹਿਬ ਨੇ ਖਤਮ ਕਰ ਦਿੱਤਾ ਸੀ? ਨਹੀਂ ਸੀ ਖਤਮ ਕੀਤਾ ਮਹਾਰਾਜ। ਪੰਜਾਂ ਨੂੰ ਪ੍ਰਧਾਨਗੀ ਦਿੱਤੀ ਸੀ, 5 ਪਿਆਰਿਆਂ ਨੂੰ ਵਿਸ਼ੇਸ਼ਤਾ ਦਿੱਤੀ ਸੀ, ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੁਪਰੀਮ ਪਾਵਰ ਸੀ, ਵੱਡਾ ਗੁਰੂ।
ਪੰਜ ਪਿਆਰੇ ਨਾਮ ਦੇਣ ਵਾਸਤੇ ਤੇ ਨਾਮ ਦੀ ਦਾਤ ਦੇਣ ਵਾਸਤੇ ਤੇ ਹੋਰ ਅਹਿਮ ਕਾਰਜਾਂ ਵਾਸਤੇ ਥਾਪੇ ਸਨ। ਪਰ ਸਾਧ ਸੰਗਤ ਜੀ, ਜਿੱਥੇ ਗੁਰੂ ਸਾਹਿਬ ਨੇ ਕਿਹਾ ਪੰਜਾਂ ਵਿੱਚ ਮੇਰਾ ਵਸ ਹੈ, ਤੇ ਇੱਕ ਕਿਤਾਬ ਮੈਂ ਪੜ੍ਹੀ ਸੀ, ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਲਿਖੀ ਸੀ, ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਕਿਹਾ ਮੈਂ ਪੰਜਾਂ ਵਿੱਚ ਮੇਰਾ ਵਾਸਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰਾ ਵਾਸਾ ਹੈ, ਜੇ ਤੁਸੀਂ ਦਰਸ਼ਨ ਕਰਨੇ ਹੁਣ ਪੰਜਾਂ ਦੇ ਕਰ ਲੈਣਾ। ਇੱਕ ਸਿੱਖ ਉੱਠਿਆ, ਉਹ ਕਹਿੰਦਾ ਮਹਾਰਾਜ ਸਮਾਂ ਇਸ ਤਰ੍ਹਾਂ ਦਾ ਬਣ ਜਾਏ ਪੰਜ ਨਾ ਮਿਲਣ ਤੇ ਗੁਰੂ ਸਾਹਿਬ ਕਹਿੰਦੇ ਇੱਕ ਮਿਲ ਜਾਏ ਉਹਦੇ ਵੀ ਦਰਸ਼ਨ ਕਰ ਲੈਣਾ, ਉਹਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਉਹਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ ਕਿ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜੋ ਨਿਸ ਭੋਰ, ਨਿਸ ਰਾਤ ਭੋਰ ਦਿਨੇ। ਜਿਹੜਾ ਸਿੱਖ ਦਿਨ ਰਾਤ ਗੁਰਬਾਣੀ ਦੇ ਵਿੱਚ ਭਿੱਜਿਆ ਰਹਿੰਦਾ, ਗੁਰਬਾਣੀ ਦਾ ਰੂਪ ਹੋ ਜਾਂਦਾ, ਜਪਦਾ ਵੀ ਇਹ ਤੇ ਕਮਾਉਂਦਾ ਵੀ, ਉਹ ਮੇਰਾ ਤੀਜਾ ਰੂਪ ਹੈ। ਤਿੰਨ ਰੂਪਾਂ ਦੀ ਗੱਲ ਆਪਾਂ ਫਿਰ ਵਿਚਾਰ ਕਰਾਂਗੇ। ਤਿੰਨ ਰੂਪ ਮਹਾਰਾਜ ਕਹਿੰਦੇ ਸਾਡੇ ਤਿੰਨ ਰੂਪ ਨੇ, ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਇੱਕ ਨਿਰਗੁਣ ਸਰੂਪ ਹੈ ਜਿਹੜਾ ਸਾਰੇ ਥਾਵਾਂ ਤੇ ਮੌਜੂਦ ਨੇ ਮਹਾਰਾਜ, ਤੇ ਇੱਕ ਸਿੱਖ ਦਾ ਰੂਪ ਹੈ। ਉੱਥੇ ਹੁਣ ਕੱਲੇ ਵਨ ਮੈਨ ਦੀ ਗੱਲ ਆਈ ਹੈ ਨਾ, ਪ੍ਰੂਫ ਮਿਲਦਾ ਨਾ ਸਾਨੂੰ। ਇਹ ਜਿਹੜੀ ਗੱਲ ਸੀ ਕਿ ਸੰਪਰਦਾਵਾਂ ਆਪ ਹੀ ਬਣਾਈਆਂ ਨੇ। ਅੱਜ ਬੜੇ ਪ੍ਰਚਾਰਕ ਕਮਰਿਆਂ ਵਿੱਚ ਬਹਿ ਕੇ ਗੱਲਾਂ ਕਰ ਰਹੇ ਨੇ, ਸੰਪਰਦਾਵਾਂ ਤੇ ਆਪ ਹੀ ਬਣਾ ਲਈਆਂ ਆਪਣੇ ਡੰਮ ਚਲਾਉਣ ਵਾਸਤੇ, ਆਪਣੇ ਡੇਰੇ ਚਲਾਉਣ ਵਾਸਤੇ। ਇਹਨਾਂ ਨੇ ਇਤਿਹਾਸ ਕਿੱਥੇ ਪੜ੍ਹਿਆ? ਨਾ ਇਹ ਕਿਤੇ ਬਹਿਣ ਕਿਸੇ ਬੰਦਿਆਂ ਦੇ ਵਿੱਚ, ਨਾ ਬਹਿ ਕੇ ਗੱਲ ਕਰਨ। ਮੋਬਾਈਲ ਵਿੱਚੋਂ ਤੇ ਕੋਈ ਵੀ ਬੰਦਾ ਬੋਲ ਸਕਦਾ ਹੈ, ਆਪਣੇ ਕਮਰੇ ਦੀ ਕੁੰਡੀ ਬੰਦ ਕਰਕੇ ਜੋ ਮਰਜ਼ੀ ਬੋਲੀ ਜਾਏ, ਉਹਦੇ ਵਿੱਚ ਕੀ ਅਰਥ ਹੈ? ਉਹਦੀ ਵੈਲਿਊ ਨਹੀਂ, ਉਹਦੀ ਮਾਨਤਾ ਪ੍ਰਾਪਤ ਨਹੀਂ ਹੈ। ਇਹ ਜੋ ਪ੍ਰਚਾਰਕ ਅੱਜ ਕਹਿ ਰਹੇ ਨੇ ਸੰਪਰਦਾਵਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਗੱਲ ਕੇਵਲ ਕ੍ਰਿਸ਼ਨ ਨੇ 80 ਦੇ ਦਹਾਕੇ ਵਿੱਚ ਕਹੀ ਸੀ, ਜਦੋਂ ਸੰਤ ਬਾਬਾ ਜਰਨੈਲ ਸਿੰਘ ਨੇ ਇਹਦਾ ਵਿਰੋਧ ਕੀਤਾ ਸੀ। ਤੇ ਉਹ ਗੱਲ ਸਾਡੇ ਪ੍ਰਚਾਰਕ ਕਹਿ ਰਹੇ ਨੇ ਅੱਜ। ਇਹ ਤੁਸੀਂ ਆਪੇ ਜੋੜ ਲਾ ਲਓ ਵੀ ਉਹ ਪ੍ਰਚਾਰਕ ਦਾ ਤੇ ਕੇਵਲ ਕ੍ਰਿਸ਼ਨ ਦਾ ਕੀ ਸੰਬੰਧ ਹੋ ਸਕਦਾ। ਉਹ ਲੀਡਰ ਸੀ ਸਰਕਾਰ ਦਾ, ਦਿੱਲੀ ਤਖਤ ਦਾ। ਕਿਉਂਕਿ ਸੰਪਰਦਾਵਾਂ ਹੀ ਤੁਹਾਡੀ ਪਾਵਰ ਹੈ, ਉਹਦੇ ਵਿੱਚ ਤੁਹਾਡਾ ਗੁਰਮੁਖ ਸਿਸਟਮ ਹੈ। ਹਾਂ, ਜਦੋਂ ਕੋਈ ਚੰਗੀ ਚੀਜ਼ ਪੈਦਾ ਹੁੰਦੀ ਹੈ, ਜਿੱਥੇ ਫੁੱਲ ਲੱਗਣੇ ਕੰਡੇ ਲੱਗਦੇ ਹੀ ਹੁੰਦੇ ਨੇ, ਇਹ ਤਾਂ ਸੁਭਾਵਿਕ ਤੁਸੀਂ ਮੰਨ ਕੇ ਤੁਰੋ। ਤੁਸੀਂ ਗੁਲਾਬ ਬੀਜਿਆ ਤੇ ਗੁਲਾਬ ਨੂੰ ਕੱਲੇ ਫੁੱਲ ਨਹੀਂ ਲੱਗਣੇ, ਕੰਡੇ ਵੀ ਲੱਗਣੇ ਨੇ, ਤੇ ਕੰਡਿਆਂ ਨੂੰ ਵੇਖ ਕੇ ਫੁੱਲਾਂ ਨੇ ਆਪਣਾ ਸੁਭਾਅ ਨਹੀਂ ਛੱਡ ਦੇਣਾ, ਫੁੱਲ ਨੇ ਸੁਗੰਧੀ ਦੇਣੀ ਹੀ ਦੇਣੀ ਹੈ। ਔਰ ਸੰਤ ਦੀ ਪਰਿਭਾਸ਼ਾ ਵੀ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਸੰਤ ਨਾ ਛਾੜੈ ਸੰਤਈ। ਸੰਤ ਕੌਣ ਹੈ? ਜਿਸ ਦੇ ਅੰਦਰ ਬਾਹਰ ਦੀਆਂ ਕਿਸੇ ਪ੍ਰਕਾਰ ਦੀਆਂ ਵਸਤੂਆਂ ਦਾ ਕੋਈ ਅਸਰ ਨਹੀਂ ਪੈਂਦਾ, ਉਹਦੀ ਸਥਿਰਤਾ ਨੂੰ, ਉਹਦੇ ਟਿਕਾ ਨੂੰ ਕੋਈ ਚੀਜ਼ ਹਿਲਾ ਨਹੀਂ ਸਕਦੀ। ਸੰਤ ਦੇ ਇਹ ਲੱਛਣ ਦੱਸੇ ਨੇ ਗੁਰਬਾਣੀ ਦੇ ਵਿੱਚ। ਜਿਵੇਂ ਲੱਛਣਾਂ ਤੋਂ ਹੀ ਪਤਾ ਲੱਗੇਗਾ ਨਾ ਸੰਤ ਹੈ ਤੇ ਸਾਧੂ ਤਾਂ ਇੱਕ ਮਹਾਂਪੁਰਸ਼ ਕੋਈ ਵੀ ਨਾਮ ਜਪਣ ਵਾਲਾ ਸਰੀਰ ਜਨਮ ਲੈ ਕੇ ਆਇਆ, ਲੱਛਣ ਤੋਂ ਪਤਾ ਲੱਗੇਗਾ। ਉਹਦਾ ਲੱਛਣ ਹੈ ਬਾਹਰਲੀ ਕਿਸੇ ਚੀਜ਼ ਦਾ ਉਹਦੇ ਅੰਦਰ ਕੋਈ ਪ੍ਰਭਾਵ ਨਹੀਂ, ਅੰਦਰੋਂ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਉਹ ਜਾਣਦਾ ਦੁਨੀਆ ਨੂੰ। ਉਹਨੂੰ ਪਤਾ ਹੈ ਇੱਥੇ ਜੇ ਗੁਰੂਆਂ ਨੂੰ ਤਤੀਆਂ ਤਵੀਆਂ ਤੇ ਬਿਠਾਉਣ ਵਾਲੇ ਨੇ ਤੇ ਅਸੀਂ ਤਾਂ ਕੁਝ ਵੀ ਨਹੀਂ ਹੈ ਇੱਥਾਂ। ਸਾਡੇ ਨਾਲ ਜੇ ਕੋਈ ਬੋਲ ਕਬੋਲ ਕਰਦਾ ਤੇ ਕੋਈ ਵੱਡੀ ਗੱਲ ਨਹੀਂ ਹੈ। ਫੁੱਲ ਤੇ ਕੰਡੇ ਇਕੱਠੇ ਹੋਣਗੇ ਤੇ ਜਿਨ੍ਹਾਂ ਦੀ ਗਿਆਨ ਦੀ ਅੱਖ ਖੁੱਲੀ, ਉਹ ਕਹਿੰਦੇ ਨੇ, ਕਿਸੇ ਨੇ ਕਿਹਾ ਫੁੱਲ ਗੁਲਾਬ ਦਾ ਫੁੱਲ ਖਿੜਿਆ ਸੀ ਤੇ ਉਹਨੇ ਹੱਥ ਮਾਰਿਆ ਇੰਜ ਕਰਕੇ ਫੁੱਲ ਨੂੰ ਤੇ ਕੰਡਾ ਵੱਜ ਗਿਆ, ਲਹੂ ਵਗਣ ਲੱਗ ਪਿਆ ਵਿੱਚੋਂ, ਨਾਲ ਹੀ ਕੰਡੇ ਹੁੰਦੇ ਨੇ। ਉਹ ਜਦੋਂ ਵਾਪਸ ਮੁੜਿਆ, ਭਾਈ ਵੀਰ ਸਿੰਘ ਜੀ ਖੜੇ, ਕਹਿੰਦੇ ਮੈਂ ਖੜਾ ਸੀ, ਕਹਿੰਦਾ ਮੈਂ ਤੇ ਸੋਹਣੇ ਵੇਖ ਕੇ ਹੱਥ ਮਾਰਿਆ ਤੇ ਕੰਡਾ ਵੱਜ ਗਿਆ ਤੇ ਖੂਨ ਵਗਣ ਲੱਗ ਪਿਆ। ਉਹਨਾਂ ਨੇ ਫਿਰ ਆਪਣੀ ਕਵਿਤਾ ਲਿਖੀ ਹੈ। ਉਹ ਕਹਿੰਦਾ ਫਿਰ ਮੈਂ ਤੈਨੂੰ ਦੱਸਾਂ ਕੀ ਹੈ,
ਕਹਿੰਦੇ ਤੋੜ ਨਹੀਂ ਦੀ ਫੱਟੀ, ਇਹ ਤਾਂ ਸਾਈਂ ਮੇਰੇ ਨੇ ਲਾਈ। ਇਹ ਜਿਹੜੇ ਕੰਡੇ ਨੇ ਨਾ, ਇਹ ਫੁੱਲਾਂ ਦੀ ਸਿਕਿਉਰਿਟੀ ਵਾਸਤੇ ਨੇ। ਇੱਕ ਫੁੱਲਾਂ ਦੀ ਕੀਮਤ ਵਾਸਤੇ ਨੇ, ਵੀ ਫੁੱਲ ਕੀਮਤ ਰੱਖਦੇ ਨੇ ਜਦੋਂ ਸਾਡੇ ਕੋਲ ਕੰਡੇ ਹੋਣਗੇ। ਕੰਡਿਆਂ ਨੇ ਹੀ ਫੁੱਲ ਦੀ ਕੀਮਤ ਪਾਈ ਹੈ, ਮਨਮੁਖਾਂ ਨੇ ਗੁਰਮੁਖਾਂ ਦੀ ਕੀਮਤ ਪਾਈ ਹੈ। ਮਨਮੁਖ ਹੋਣ ਕਰਕੇ, ਹਨੇਰਾ ਹੋਣ ਕਰਕੇ ਚਾਨਣ ਦੀ ਕੀਮਤ ਪੈਂਦੀ ਹੈ। ਜੇ ਹਨੇਰਾ ਨਾ ਹੋਵੇ ਤੇ ਚਾਨਣ ਕਿਵੇਂ ਪਤਾ ਲੱਗੇਗਾ? ਸੰਸਾਰ ਦੀ ਜਿਹੜੀ ਜੋ ਦਵੈਤ ਹੈ, ਜੋ ਸੰਸਾਰ ਦੀ ਰੂਪ ਰੇਖਾ ਹੈ, ਅਕਾਲ ਪੁਰਖ ਨੇ ਰਚੀ ਹੀ ਡਬਲ ਦਵੈਤ ਦੇ ਵਿੱਚ ਰਚੀ ਹੈ। ਜੇ ਦੋਵੇਂ ਰੰਗ ਇੱਕੋ ਜਿਹੇ ਹੋ ਗਏ ਤਾਂ ਇੱਥੇ ਕੁਝ ਨਹੀਂ ਰਹੇਗਾ। ਕਈ ਰੰਗ ਨੇ ਉਹਦੇ, ਜਿਵੇਂ ਕਾਗਜ਼ ਸਫੈਦ ਰੰਗ ਦਾ ਹੈ, ਤੁਸੀਂ ਸਫੈਦ ਰੰਗ ਨਾਲ ਉਹਦੇ ਉੱਤੇ ਲਿਖੋ, ਕੁਝ ਨਜ਼ਰ ਨਹੀਂ ਆਏਗਾ। ਉਹਦੇ ਵਾਸਤੇ ਉਹਦੇ ਤੋਂ ਵਿਰੋਧੀ ਰੰਗ ਪੈਨ ਲੈਣਾ ਪਏਗਾ ਤਾਂ ਅੱਖਰ ਦਿਸਣਗੇ। ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਫਰਮਾਨ ਕਰਦੇ ਨੇ, ਉਹ ਕਈ ਰੂਪਾਂ ਦੇ ਵਿੱਚ ਦੋਵਾਂ ਪਾਸਿਓਂ ਕੰਮ ਕਰ ਰਿਹਾ। ਜਿਵੇਂ ਇੱਕੋ ਆਦਮੀ ਦੇ ਇੱਕ ਸਰੀਰ ਨੂੰ ਦੋ ਹੱਥ ਇੱਕ ਦੂਜੇ ਨਾਲ ਅਲੱਗ-ਅਲੱਗ ਤੋਂ ਤਾਕਤ ਰੱਖਦੇ ਨੇ, ਇਸ ਤਰ੍ਹਾਂ ਹਰ ਇੱਕ ਥਾਂ ਤੇ ਉਹ ਵਿਚਰ ਰਿਹਾ। ਸਾਰੇ ਇੱਕ ਵਾਰੀ ਹਾਜ਼ਰੀ ਲਵਾਈਏ, ਸਾਰੇ ਪੜੋ ਸ਼ਬਦ ਪਿਆਰ ਦੇ ਨਾਲ। ਆਪੇ ਬਹੁ-ਬਿਧ ਰੰਗ ਲਾ, ਆਪੇ ਬਹੁ-ਬਿਧ ਰੰਗ ਲਾਇ, ਆਪੇ ਆਪੇ ਬਹੁ-ਬਿਧ ਰੰਗ ਲਾਇ, ਆਪੇ ਬਹੁ-ਬਿਧ ਰੰਗ ਲਾਇ। ਸਖੀਏ ਮੇਰਾ ਲਾਲ, ਸਖੀਏ ਮੇਰਾ ਲਾਲ, ਸਖੀਏ ਸਖੀਏ ਮੇਰਾ ਲਾਲ, ਸਖੀਏ ਮੇਰਾ ਲਾਲ। ਆਪੇ ਬਹੁ-ਬਿਧ ਰੰਗ ਲਾਇ, ਆਪੇ ਬਹੁ-ਬਿਧ ਰੰਗ ਲਾਇ, ਆਪੇ ਬਹੁ-ਬਿਧ ਅਨੇਕ ਹੈ ਫਿਰ ਏਕ ਹੈ। ਇਹ ਲੀਲਾ ਹੈ ਵਾਹਿਗੁਰੂ ਦੀ। ਕਦੋਂ ਪਤਾ ਲੱਗੇਗੀ? ਮੈਂ ਵਿਸ਼ਾ ਉਹ ਛੱਡ ਨਾ ਦਿਆਂ, ਕਿਤੇ ਖਿਆਲ ਵਿੱਚੋਂ ਨਿਕਲ ਜਾਏ। ਜਦੋਂ ਗਿਆਨ ਪੈਦਾ ਹੋਵੇਗਾ ਤੇ ਗਿਆਨ ਦਾ ਸੰਬੰਧ ਵਿਦਿਆ ਤੋਂ ਪਾਰ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਉੱਥੇ ਗਿਆਨ ਦੀ ਅੱਗ ਬਲ ਪੈਂਦੀ ਹੈ। ਤੇ ਜਦੋਂ ਅੱਗ ਬਲਦੀ, ਜਦੋਂ ਪ੍ਰਕਾਸ਼ ਹੋ ਜਾਂਦਾ, ਫਿਰ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਕਿ ਲਾਈਟ ਜਗ ਗਈ ਤਾਂ ਆਪੇ ਦਿਸੇਗਾ ਟੋਇਆ ਆ ਗਿਆ, ਇੱਟਾਂ ਆ ਗਈਆਂ ਨੇ। ਪੜ੍ਹਨ ਦੀ ਤਾਂ ਲੋੜ ਉਹਨਾਂ ਨੂੰ ਪਏਗੀ ਜਿਹੜੇ ਕੋਈ ਹੋਰ ਬਾਹਰ ਦੇ ਲੋਕ ਨੇ। ਉੱਥੇ ਰਹਿਣ ਵਾਲਿਆਂ ਨੂੰ ਪੜ੍ਹਨ ਦੀ ਲੋੜ ਕੋਈ ਨਹੀਂ ਹੈ। ਜਿਹੜੇ ਸਾਧੂ ਨੇ, ਸਾਧੂ ਕਿਸ ਨੂੰ ਕਹਿੰਦੇ ਨੇ? ਸਾਧੂ ਉਸ ਨੂੰ ਕਹਿੰਦੇ ਨੇ ਜੋ, ਜਿਵੇਂ ਆਪਾਂ ਇਸ ਸ਼ਹਿਰ ਦੇ ਵਿੱਚ ਆਉਂਦੇ ਆ ਤਾਂ ਸਾਨੂੰ ਬੋਰਡ ਪੜ੍ਹਨੇ ਪੈਣਗੇ, ਐਰੋ ਪੜ੍ਹਨੇ ਪੈਣਗੇ ਵੀ ਬੋਰਡ ਲੱਗਾ ਇੱਧਰ ਨੂੰ ਜਾਓ ਉੱਧਰ ਨੂੰ ਜਾਓ, ਨੈਵੀਗੇਸ਼ਨ ਲਾਉਣਾ ਪਏਗਾ। ਬਾਹਰੋਂ ਆਏ, ਪਰ ਜਿਹੜੇ ਇੱਥੋਂ ਦੇ ਵਾਸੀ ਨੇ, ਇੱਥੋਂ ਦਾ ਨਿਵਾਸ ਰੱਖਦੇ ਨੇ, ਉਹਨਾਂ ਨੂੰ ਪੁੱਛੋ ਬੋਰਡ, ਕਹਿੰਦੇ ਮੈਂ ਤਾਂ ਵੇਖਿਆ ਨਹੀਂ ਬੋਰਡ ਕਿੱਥੇ ਲੱਗਾ, ਪਰ ਉਹਨੂੰ ਸਾਰੀਆਂ ਗਲੀਆਂ ਦਾ ਪਤਾ, ਉਹਨੂੰ ਸਾਰੇ ਰਾਵਾਂ ਦਾ ਪਤਾ। ਸਾਧੂ ਕਿਹਨੂੰ ਕਹਿੰਦੇ ਨੇ? ਸਾਧੂ ਬੋਰਡ ਨਹੀਂ ਪੜ੍ਹਦੇ, ਉਹ ਰਹਿੰਦੇ ਹੀ ਉਹਦੇ ਦੇਸ਼ ਵਿੱਚ ਨੇ। ਉਹਨਾਂ ਨੂੰ ਸਾਰੀਆਂ ਗਲੀਆਂ ਦਾ ਪਤਾ ਹੈ, ਉਹਨਾਂ ਨੂੰ ਸਾਰੇ ਰਾਵਾਂ ਦਾ ਪਤਾ ਹੈ। ਔਰ ਉਹ ਚਾਹੁੰਦੇ ਨੇ ਵੀ ਹੋਰ ਵੀ ਇੱਥੇ ਲੋਕ ਆ ਜਾਣ ਸਾਡੇ ਨਾਲ ਦੇ, ਜਿਨ੍ਹਾਂ ਨੂੰ ਬੋਰਡ ਨਾ ਪੜ੍ਹਨੇ ਪੈਣ। ਇਸ ਲਈ ਪੜ੍ਹਾਈ ਇੱਕ ਚੰਗੀ ਚੀਜ਼ ਹੈ, ਇੱਕ ਸਟੈਪ ਹੈ ਵਿਦਿਆ ਜਿਹੜੀ, ਪਰ ਗਿਆਨ ਦਾ ਸੰਬੰਧ ਮਨੁੱਖ ਦੀ ਆਤਮਾ ਦੇ ਨਾਲ ਹੈ। ਗਿਆਨ ਹਰ ਪ੍ਰਕਾਰ ਦਾ, ਸਰੀਰਕ ਗਿਆਨ ਹੈ ਆਪਣਾ ਹੈ, ਮਨ ਦਾ ਗਿਆਨ ਆਪਣਾ ਹੈ, ਬੁੱਧੀ ਦਾ ਗਿਆਨ ਆਪਣਾ ਹੈ, ਹਿਰਦੇ ਦਾ ਗਿਆਨ ਆਪਣਾ ਹੈ, ਆਤਮਾ ਦਾ ਗਿਆਨ ਆਪਣਾ ਹੈ, ਤੇ ਬ੍ਰਹਮ ਦਾ ਗਿਆਨ ਆਪਣਾ ਹੈ। ਸਾਰੇ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਗੁਰਬਾਣੀ ਦੇ ਵਿੱਚ ਆਈਆਂ ਹਨ ਤਾਂ ਅਸੀਂ ਇਹਨਾਂ ਨੂੰ ਪੜ੍ਹਦੇ ਨਹੀਂ, ਤੇ ਇਹਨਾਂ ਤੋਂ ਬਿਨਾਂ ਹੀ ਅਸੀਂ
डिसाइड कर लेने, फैसला कर लेने कि मैनू 4 अखर आ गए, मैं डिग्री लै ली पैसे दे के, तो मेरे नाल नां दे नाल डॉक्टर लग गया, मेरे नाल ज्ञानी लग गया। ज्ञानी कीती हुई, इस तरह ज्ञानी नहीं हुंदी। ज्ञान प्रगट हुंदा अग वांग बलदा। किन्ना दे अंदर ज्ञान बलदा, वो भावें पढ़े नहीं हैं। कई मैं इस तरह के महापुरुष वेखे ने साध संगत जी। संत बाबा संतोख सिंह जी ज्योति स्वरूप वाले, बहुत सारी संगत उन्होंने जानती हो। तकरीबन कोई भी पंथ दी इस तरह का जथा नहीं होगा शायद उन्होंने ना जानता हो, क्योंकि सारे उन्होंने कोल जाते सी। कोई एक महापुरुष है जिन्होंने सरीरक काल दे विच सारी उम्र जिहड़ी है, बाहरी कागज सी उहदे उत्ते उन्हां दा अंगूठा कहंदे लाउणा सी। कहंदे लियाओ मैं भी नां लिख के वेख ਲਾਂ। ते उन्होंने नां लिखिया जदों संतोख सिंह, ते वो संतोख सिंह आपां लिखने आ संतोख सस्से दे उत्ते बिंदी लगदी है तां संतोख बनदा, पर उन्होंने लिखिया सस्सा नन्ना तत्ता ते कन्ना होड़ा ते खखा। मैं वेख के हैरान हो गया। जे संसारी बंदा इनू वेखेगा संसारी बुद्धि नाल, वो कहेगा भी इन्हां नूं ते अपना नाम ही पूरा नहीं लिखना हुंदा, ये ब्रह्म ज्ञानी किवें हो सकदे ने। पर जदों तुसीं गल्लां सुनोगे साध संगत जी उन्हां दियां, एक जन्म दियां नहीं, ये गल्लां हुण बहुतियां कहण दा, क्योंकि हुण मीडिया आ गया, हुण हज़ारां तरह के लोग कई टुट भी सकते हैं। इसलिए दायरे विच रह के बंदे दा एक एक वाल गिणना है, एक एक वाल दे विच की है। ये ज्ञान कित्थों आया है? सो ये ज्ञान की अवस्था नाम दे विचों प्रगट हुई है। हर सिमरन लग वेद उपाए, हर सिमरन लग भगत उपाए, हर सिमरन लग वेद प्रगटाए। ये सारा कुछ ज्ञान जिहड़ा ये संसार दा आत्मक तल तो जुड़ के जिहड़े लोग सन उन्हां दे विच ज्ञान पैदा होया। वो सुरत ते शब्द दा अभ्यास है। बाबा जी का भी जीवन, क्योंकि साडा इलाका है डाचर पिंड है, ते हुण तां त्याग दी मूरत। कई लोग कहंदे सन इहदी भी की लोड़ है कि पिंड दी जू विच नहीं वड़ना। उन्होंने कहा सी भी पिंड दी हद तो बाहर बाहर रहना। आप सारे जानते हो सेवादार जिहड़े कार सेवा वाले, वो भी एक राज सी। जिन्ना चिर शरीर रहा उन्ना चिर वो पिंड विच नहीं वड़े। ते अज जदों उत्थे साध संगत जी गुरुद्वारा साहिब बनिया उस नगर दे विच, एडा वड्डा पिंड, असीं आप जांदे रहे हैं, उत्थे रहिंदे रहे भी जिथे कोई इस तरह का भी थां नहीं सी, लोग रुखां थल्ले बहिंदे सी, उत्थे एक शानदार गुरु घर बन गया ते राज करेगा खालसा गुरुद्वारा बन गया। ते उस थां ते हुण इस संप्रदा दा सारे हरियाणे दे विच जिन्ने नौजवान सिख संगत है, होर संगत है, वो जदों उत्थे साल बाद सिमरन समागम हुंदा है, उत्थे सेवा करते हैं बाबा गुरमीत सिंह होरी। तो जदों इन्नी संगत जुड़ती है, इन्नी संगत जुड़ती है, तो उदों लगता है भी ये भी एक बाबा शीशा सिंह जी की खेड सी कि जिन्ना चिर शरीर रहना उन्ना चिर जू विच नहीं वड़ना। जदों शरीर छड्डिया उदों इत्थे रवांगे आके, उत्थे निवास ही होना। ये कला हुंदी है त्याग दे विचों। इन्ने लोग तां इस चीज़ नूं माणदे ने, वो उपकार करन वास्ते आउंदे ने, वो वंडते ने। ब्रह्म ज्ञानी दी तां साध संगत जी यही उन्हां दे आउण दा होर कोई कारण ही नहीं हुंदा, होर कोई वासना ही नहीं हुंदी। जन आमन का यह सुभाओ, जन कै संग चित आवे नाओ। उन्नू याद जदों मर्जी करो, शरीर दी काल दी दूरी नहीं, उन्होंने याद करो तो तुहाडे अंदर चाह पैदा होएगा, नाम अपने आप चलन लग पेगा।
ਆਪਣੇ ਆਪ ਪੈਦਾ ਹੋ। ਇਹੀ ਹੈ ਅੱਜ ਬਰਸੀ ਦਾ ਮਤਲਬ। ਕਈ ਲੋਕ ਕਹਿੰਦੇ ਵੀ ਆਏ ਸਾਲ ਸਾਰੀ ਕਿਸਮ ਦੇ ਲੋਕ ਨੇ ਵੀ ਇੰਨਾ ਖਰਚਾ ਜੀ, ਇੰਨੀ ਕੌਮ ਦਾ ਖਰਚਾ ਹੋ ਗਿਆ। ਜਦੋਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਆਉਂਦਾ ਉਦੋਂ ਕਈ ਕਹਿੰਦੇ ਇੰਨੇ ਫੁੱਲਾਂ ਤੇ ਕਿਉਂ ਪੈਸੇ ਲਾ ਦਿੱਤੇ, ਤੁਸੀਂ ਇਹ ਗਰੀਬਾਂ ਵਿੱਚ ਵੰਡ ਦੇਣੇ ਸਨ। ਬਈ ਗਰੀਬਾਂ ਵਿੱਚ ਵੀ ਵੰਡ ਦਿਓ, ਪੈਸੇ ਮੁੱਕ ਗਏ ਦੁਨੀਆ ਦੇ ਵਿੱਚ। ਜਦੋਂ ਤੁਹਾਡੇ ਮੁੰਡੇ ਦਾ ਵਿਆਹ ਹੁੰਦਾ ਉਦੋਂ ਤੇ ਚੀਜ਼ ਛੱਡਦੇ ਕੋਈ ਨਹੀਂ। ਉਹ ਜਦੋਂ ਦੀਨ ਦੁਨੀਆ ਦੇ ਪਾਤਸ਼ਾਹ ਦਾ ਪੁਰਬ ਆਉਂਦਾ ਫਿਰ ਸਿੱਖ ਦੇ ਮਨ ਵਿੱਚ ਚਾਹ ਹੁੰਦਾ ਹੈ, ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਗੁਰੂ ਵਾਸਤੇ 4 ਫੁੱਲ ਵੀ ਰੱਖ ਦਿਓ। ਤੇ ਇਹ ਸਾਡੇ ਲੋਕ ਇਸ ਤਰ੍ਹਾਂ ਦੇ ਕਹਿਣ ਵਾਲੇ ਵਿਦਵਾਨ ਵੀ ਵਿੱਚ ਪੜ੍ਹਾ ਕੇ ਵਿੱਚ ਕਸੋੜੇ ਗਏ। ਤੁਹਾਨੂੰ ਪਤਾ ਹੈ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਕਿ ਸਾਡੇ ਵਿੱਚ ਕਿੱਥੇ ਕਿੱਥੇ ਕੌਣ ਬੈਠਾ ਹੋਇਆ, ਕੀ ਕਰ ਰਿਹਾ ਹੈ। ਔਰ ਇਹ ਹੋਏਗਾ ਹੀ। ਕਈ ਵਾਰੀ ਆਪਾਂ ਨਿਰਾਸ਼ ਵੀ ਹੋ ਜਾਂਦੇ ਆ ਵੀ ਆਪਣੇ ਵਿੱਚ ਕਿਹੜੇ ਰੂਪ ਵਿੱਚ ਕੌਣ ਆ ਕੇ ਬੈਠ ਗਿਆ। ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ। ਇਹ ਸਾਡੇ ਤਾਕਤਵਰ ਹੋਣ ਦਾ ਇੱਕ ਇਸ਼ਾਰਾ ਹੈ। ਤੁਹਾਡੇ ਵਿੱਚ ਇੰਨੀ ਤਾਕਤ ਹੈ ਕਿ ਉਹਨਾਂ ਨੂੰ ਤੁਹਾਡੇ ਵਾਲੇ ਕੱਪੜੇ ਪਾ ਕੇ ਵਿੱਚ ਆਉਣਾ ਪਿਆ। ਇਹ ਉਹ ਪ੍ਰਚਾਰਕ ਨੇ, ਉਹ ਲੋਕ ਨੇ ਜਿਹੜੇ ਕਹਿੰਦੇ ਫੁੱਲ ਕਿਉਂ ਰੱਖੇ ਨੇ, ਖਰਚਾ ਹੋ ਗਿਆ ਕੌਮ ਦਾ। ਤੇ ਜਦੋਂ ਆਪਣਾ ਕੰਮ ਕਰਨਗੇ, ਜਦੋਂ ਆਪਣੀ ਗੱਲ ਕਰਨਗੇ, ਉਦੋਂ ਖਰਚਾ ਬਹੁਤ ਹੋ ਜਾਏਗਾ। ਆ ਗੁਰਦੁਆਰਾ ਦਮਦਮਾ ਸਾਹਿਬ ਹੈ, ਸ੍ਰੀ ਹਰਗੋਬਿੰਦਪੁਰ ਸਾਹਿਬ। ਉੱਥੇ ਮੈਨੂੰ ਇੱਕ ਸਿੰਘ ਨੇ ਦੱਸਿਆ, ਗੱਲ ਬਹੁਤ ਸੁਣਨ ਵਾਲੀ, 2 ਮਿੰਟ ਦੀ ਹੈ। ਜਿੱਥੇ ਮਹਾਰਾਜ ਦੇ ਕੋਲ ਜਾਨੀ ਖਾਨ ਆਇਆ ਸੀ, ਉੱਥੇ ਮਹਾਰਾਜ ਨੇ ਜਾਨੀ ਖਾਨ ਦਾ ਗੁਰਦੁਆਰਾ ਅਲੱਗ ਤੋਂ ਬਣਾਇਆ ਹੋਇਆ। ਜਾਨੀ ਜਿਹੜਾ ਕਹਿੰਦਾ ਸੀ 6ਵੇਂ ਪਾਤਸ਼ਾਹ ਨੂੰ, ਜਾਨੀ ਮੁਸਲਮਾਨ ਫਕੀਰ ਸੀ, ਜਾਨੀ ਸ਼ਾਹ, ਜਾਨੀ ਖਾਨ, ਵੀ ਜਾਨੀ ਕੋ ਜਾਨੀ ਮਿਲਾ ਦੋ। ਮਹਾਰਾਜ ਦੇ ਕੋਲ ਆਇਆ। ਬਸ ਗੱਲ ਤੇ ਫਿਰ ਉੱਥੇ ਆ ਗਈ ਜਿਹੜੀ ਆਪਾਂ ਰਾਤ ਵੀ ਕਰਦੇ ਸੀ ਤੇ ਹੁਣ ਵੀ। ਉਹ ਫਕੀਰ ਸੀ ਤੇ ਫਕੀਰੀ ਜਿਹੜੀ ਹੈ, ਸਾਧ ਸੰਗਤ ਜੀ, ਸਿੱਖੀ ਜਾਂ ਧਰਮ ਕਹਿ ਲਓ, ਇਹ 2 ਤਰ੍ਹਾਂ ਦੇ ਨਾਲ, ਇੱਕ ਹੈ ਆਮੁਲ ਆਮ, ਇੱਕ ਹੈ ਖਾਸੁਲ ਖਾਸ। ਕੁਝ ਖਾਸ ਲੋਕ ਨੇ ਜਿਹੜੇ ਉੱਥੋਂ ਤੱਕ ਫਕੀਰੀ ਦੇ ਦਰਜੇ ਤੱਕ ਪਹੁੰਚਦੇ ਨੇ, ਤੇ ਆਮ ਜਿਹੜਾ ਉਹ ਧਾਰਮਿਕ ਰਹਿੰਦਾ, ਉਹ ਵੀ ਮੁਬਾਰਕ ਯੋਗ ਹੈ, ਉਹ ਵੀ ਮੁਬਾਰਕ ਦੇਣ ਦੇ ਯੋਗ। ਇਹ ਮੁਸਲਮਾਨ ਫਕੀਰਾਂ ਦੀ ਸੰਗਤ ਕਰਦਾ ਸੀ। ਉਹਨਾਂ ਨੇ ਜਿੱਥੋਂ ਤੱਕ ਕੋਈ ਪਹੁੰਚਿਆ ਸੀ ਉਹਨਾਂ ਨੇ ਦੱਸ ਦਿੱਤਾ ਵੀ ਆ ਇੰਜ ਕਰ ਲੈ, ਇੰਜ ਕਰ ਲੈ। ਇੱਕ ਫਕੀਰ ਕੋਲ ਗਿਆ, ਉਹਨੇ ਕਿਹਾ ਹੁਣ ਮੇਰੇ ਕੋਲ ਤੈਨੂੰ ਰਹਿਣ ਦਾ ਕੋਈ ਫਾਇਦਾ ਨਹੀਂ, ਮੈਂ ਇਸ ਤਰ੍ਹਾਂ ਕੋਈ ਨਾਲ ਆਪਣੇ ਬਹੁਤੇ ਰੱਖਣਾ ਨਹੀਂ ਚਾਹੁੰਦਾ। ਤੇਰਾ ਜੋ ਮੈਂ ਕਰ ਸਕਦਾ ਸੀ, ਮੈਨੂੰ ਖੁਦਾ ਦਾ ਹੁਕਮ ਸੀ, ਮੈਂ ਉਹ ਤੇਰੇ ਬਾਰੇ ਕਰ ਦਿੱਤਾ। ਇਹ ਵੀ ਫਕੀਰਾਂ ਦੀਆਂ ਗੱਲਾਂ ਹੁੰਦੀਆਂ, ਮੰਜ਼ਿਲ ਹੁੰਦੀ ਉਹਨਾਂ ਦੀ, ਭੇਦ ਹੁੰਦਾ, ਮਰਮ ਹੁੰਦਾ। ਕਹਿੰਦੇ ਜਾ ਤੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਲਾ ਜਾ। ਉਹ ਕਹਿੰਦਾ ਮਹਾਰਾਜ ਉਹ ਮੈਂ ਤੇ ਮੁਸਲਮਾਨ ਆ। ਉਹ ਕਹਿੰਦੇ ਤੂੰ ਜਾ ਕੇ ਤਾਂ ਵੇਖ। ਉਹਨਾਂ ਨੂੰ ਪਤਾ ਸੀ ਵੀ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਸਿੱਖਾਂ ਦਾ ਵੀ ਗੁਰੂ ਹੈ, ਗੁਰੂ ਕਾਇਨਾਤ ਦਾ ਵੀ ਗੁਰੂ ਹੈ, ਗੁਰੂ ਸ੍ਰਿਸ਼ਟੀ ਦਾ ਵੀ ਗੁਰੂ ਹੈ। ਅਸੀਂ ਕਹਿੰਦੇ ਆ ਨਾ ਮਨੁੱਖਾਂ ਦਾ ਗੁਰੂ ਹੈ। ਇਸ ਲਈ ਗੁਰੂ ਕੌਣ ਹੈ ਇਹ ਦੱਸਣ ਵਾਸਤੇ ਗੁਰੂ ਸਾਹਿਬ ਨੂੰ ਭੱਟ ਵਿੱਚ ਉਹਨਾਂ ਨੇ ਜਦੋਂ ਲੈ ਕੇ ਆਂਦੇ ਤੇ ਭੱਟਾਂ ਨੇ ਦੱਸਿਆ ਗੁਰੂ ਕੌਣ ਹੈ। ਕਿਸੇ ਨੇ ਕਿਹਾ ਗੁਰੂ ਨੇ ਸਾਡਾ ਪਰਿਵਾਰ ਧਾਰਿਆ, ਕਿਸੇ ਨੇ ਕਿਹਾ ਸਾਡਾ ਪਿੰਡ ਧਾਰਿਆ, ਕਿਸੇ ਨੇ ਕਿਹਾ ਸਾਡੀ ਕੌਮ ਤਾਰੀ ਹੈ। ਨਹੀਂ, ਗੁਰੂ ਕੌਣ ਹੈ ਤੁਹਾਨੂੰ ਭੱਟਾਂ ਤੋਂ ਪੁੱਛਣਾ ਪਏਗਾ। ਇਹ ਬੜਾ ਜ਼ਰੂਰੀ ਹੈ। ਗੁਰੂ ਅਰਜਨ ਦੇਵ ਜੀ ਤੱਕ ਗੁਰੂ ਕੌਣ ਹੈ ਇਹ ਭੱਟਾਂ ਤੋਂ ਪੁੱਛਣਾ ਪਏਗਾ, ਭਾਈ ਗੁਰਦਾਸ ਜੀ ਤੋਂ ਪੁੱਛਣਾ ਪਏਗਾ, ਤੇ 10ਮ ਪਾਤਸ਼ਾਹ ਗੁਰੂ ਕਿਵੇਂ ਦੇ ਨੇ ਇਹ ਭਾਈ ਨੰਦ ਲਾਲ ਜੀ ਤੋਂ ਪੁੱਛਣਾ ਪਏਗਾ। ਭਾਈ ਸਾਹਿਬ ਬੰਦ ਕਰ ਦਿਓ। ਇਹ ਭੱਟਾਂ ਤੋਂ ਪੁੱਛਣਾ ਪਏਗਾ। ਭੱਟਾਂ ਦੀ ਨਜ਼ਰ ਹੈ, ਦ੍ਰਿਸ਼ਟੀ ਹੈ। ਉਹ ਕਹਿੰਦੇ ਨੇ ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰੋਂ। ਹੁਣ ਸ੍ਰਿਸ਼ਟੀ ਦੇ ਵਿੱਚ ਤਾਂ ਮਨੁੱਖ ਨਹੀਂ ਆਉਂਦੇ ਇਕੱਲੇ, ਸ੍ਰਿਸ਼ਟੀ ਵਿੱਚ ਤਾਂ ਪਸ਼ੂ ਪੰਛੀ ਵੀ ਆਉਂਦੇ ਨੇ, ਸ੍ਰਿਸ਼ਟੀ ਵਿੱਚ ਤਾਂ ਕਾਇਨਾਤ ਇੰਨੀ ਜਿਹੜੀ 84 ਲੱਖ ਜੂਨ ਹੈ
ਇਹਦਾ ਮਤਲਬ ਗੁਰੂ ਉਹਨਾਂ ਦਾ ਉਧਾਰ ਕਰ ਸਕਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਥਿਉਰੀ ਹੈ ਤੇ ਫਿਰ ਅਰਥਾਂ ਦੇ ਉੱਤੇ ਇੱਧਰ ਉੱਧਰ ਦੇ ਲਾ ਕੇ ਜਦੋਂ ਆਪਾਂ ਕਹਿੰਦੇ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਕਹਿੰਦੇ ਬਿਰਤੀਆਂ ਦਾ ਹੀ ਨਾਂ ਹੈ, ਵੈਸੇ ਪਸ਼ੂਆਂ ਨੂੰ ਗੁਰੂ ਮੁਕਤੀ ਨਹੀਂ ਦੇ ਸਕਦਾ। ਇਸ ਅੱਜ ਕੱਲ ਦਾ ਵਿਗਿਆਨਕ ਪ੍ਰਚਾਰ ਹੈ। ਗੱਲ ਤਾਂ ਇਸ ਤਰ੍ਹਾਂ ਕਰਨੀ ਸੀ ਕਿ ਬਿਰਤੀਆਂ ਵੀ ਹਨ, ਸਾਡੇ ਵਿੱਚ ਵੀ ਬਿਰਤੀਆਂ ਪਸ਼ੂਆਂ ਵਾਲੀਆਂ ਹਨ ਨੇ, ਉਹਦਾ ਵੀ ਗੁਰੂ ਸਾਹਿਬ ਉਹਦੇ ਵੀ ਕਿਰਪਾ ਕਰਦੇ ਨੇ। ਸਾਡੇ ਵਿੱਚ ਵੀ ਭੂਤਾਂ ਵਾਲੀਆਂ ਬਿਰਤੀਆਂ ਹਨ ਨੇ। ਮੁਗਧ ਭੈ ਸਰੋਤੇ ਹਰ ਨਾਮਾ ਮੁਖ ਗਾਇਆ, ਤਾਂ ਬਿਰਤੀਆਂ ਵੀ ਹਨ ਪਰ ਇਹਨਾਂ ਦੀ ਹੋਂਦ ਵੀ ਹੈ। ਉਹ ਜੇ ਪਸ਼ੂ ਨੂੰ ਵੀ ਗੁਰੂ ਮੁਕਤ ਕਰਨ ਤੇ ਆ ਜਾਏ, ਆ ਤੁਸੀਂ ਜਿਸ ਥਾਂ ਤੇ ਜਿਸ ਧਰਤੀ ਤੇ ਆਏ ਹੋ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਉਹ ਕੀ ਹੈ? ਸਹਿ ਦੀ ਜੂਨ ਵਿੱਚ ਹੈ ਨਾ ਭਾਈ ਮੁੱਲਾ ਜਿਹੜਾ ਹੈ। ਗੁਰੂ ਸਾਹਿਬ ਨੂੰ 239 ਸਾਲ ਲਾਉਣੇ ਹੀ ਤਾਂ ਪਏ ਵੀ ਇਹ ਸਾਰੀਆਂ ਜਿਹੜੇ ਪੱਖ ਨੇ ਸੰਸਾਰ ਦੇ, ਇਹ ਮੇਰੇ ਸਿੱਖ ਵਾਸਤੇ ਸਾਫ਼ ਹੋ ਜਾਣ, ਵੀ ਉਹਨੂੰ ਪਤਾ ਰਵੇ ਮੇਰਾ ਗੁਰੂ ਕੌਣ ਹੈ, ਕਿਵੇਂ ਦਾ ਹੈ। ਉਹ ਪਸ਼ੂ ਨੂੰ ਮੁਕਤ ਕਰ ਸਕਦਾ ਹੈ ਤੇ ਉਹ ਬਿਰਤੀਆਂ ਵੀ ਬਦਲ ਸਕਦਾ, ਦੋਵੇਂ ਕੰਮ ਨੇ। ਸਾਡੇ ਵਿੱਚ ਜਦੋਂ ਦਵੈਤ ਦੁਬਦਾ ਜਾਂ ਝਗੜਾ ਪੈਦਾ ਹੁੰਦਾ ਹੈ, ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਆਪਣੀ ਦ੍ਰਿਸ਼ਟੀ ਨੂੰ ਥੋੜੇ ਦਾਇਰੇ ਤੱਕ ਲੈ ਕੇ ਜਾਂਦੇ ਹਾਂ ਤੇ ਸਾਨੂੰ ਉਹਨੇ ਦਿਸਦਾ, ਫਿਰ ਅਸੀਂ ਕਹਿੰਦੇ ਹਾਂ ਇਹੀ ਗਿਆਨ ਹੈ। ਬਸ ਗਿਆਨ ਦਾ ਕੋਈ ਅੰਤ ਨਹੀਂ ਹੈ। ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ ਆਕਾਸ਼, ਉੱਥੋਂ ਤੱਕ ਨਹੀਂ। ਅਸੀਂ ਕਹਿੰਦੇ ਹਾਂ ਇੱਥੋਂ ਤੱਕ ਮੈਂ ਵੇਖ ਲਿਆ, ਇਹ ਤੋਂ ਅੱਗੇ ਹੋਰ ਸਾਰਾ ਸੰਸਾਰ ਹੈ। ਇਹ ਤਾਂ ਸੱਚਾਈ ਹੈ। ਤੇ ਜੇ ਬੰਦਾ ਕਵੇ ਜਿੱਥੋਂ ਤੱਕ ਮੈਨੂੰ ਦਿਸਦਾ ਦੁਨੀਆ ਉੱਥੋਂ ਤੱਕ ਹੀ ਹੈ, ਫਿਰ ਤੇ ਮੂਰਖਤਾ ਹੀ ਹੈ ਨਾ। ਪਸ਼ੂਆਂ ਨੂੰ ਵੀ ਮੁਕਤ ਕੀਤਾ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ। ਸਾਰੀ ਸ੍ਰਿਸ਼ਟੀ ਨੂੰ ਗੁਰੂ ਸਾਹਿਬ ਤਾਰ ਸਕਦੇ ਹਨ। ਤੇ ਜਦੋਂ ਭੱਟਾਂ ਨੇ ਕਿਹਾ ਵੀ ਮਹਾਰਾਜ ਤੁਸੀਂ ਜਹਾਜ਼ ਹੋ, ਤੇ ਭਾਈ ਮੰਝ ਸੀ ਗੁਰੂ ਸਾਹਿਬ ਦਾ, ਸਿੱਖ ਗੁਰੂ ਅਰਜਨ ਦੇਵ ਜੀ ਦਾ, ਜਿਹੜੇ ਲੱਕੜਾਂ ਦੀ ਸੇਵਾ ਕਰਦੇ ਸੀ। ਤੇ ਜਦੋਂ ਛੋਟੀ ਗੱਲ ਕਰਦਿਆਂ, ਤੁਸੀਂ ਜਾਣਦੇ ਹੋ ਸਾਰੇ ਉਸ ਸਾਖੀ ਨੂੰ ਵੀ ਲੱਕੜਾਂ ਦੀ ਸੇਵਾ ਕਰਦੇ ਸੀ, ਤਾਂ ਜਦੋਂ ਖੂਹ ਵਿੱਚੋਂ ਕੱਢਿਆ ਉਹਨਾਂ ਨੂੰ, ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ। ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਮੰਝ ਗੁਰੂ ਦਾ ਜਹਾਜ਼ ਹੈ। ਤੇ ਭਾਈ ਮੰਝ ਜੀ ਬਾਣੀ ਵੀ ਪੜ੍ਹਦੇ ਸਨ, ਸੇਵਾ ਵੀ ਕਰਦੇ ਸਨ। ਉਹ ਕਹਿੰਦੇ ਮਹਾਰਾਜ ਤੁਸੀਂ ਮੈਨੂੰ ਜਹਾਜ਼ ਨਾ ਕਹੋ, ਜਹਾਜ਼ ਤੇ ਭੱਟਾਂ ਨੇ ਤੁਹਾਨੂੰ ਕਿਹਾ ਹੈ, ਤੇ ਸਿੱਖ ਗੁਰੂ ਦੇ ਬਰਾਬਰ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਤੂੰ ਜਹਾਜ਼। ਸਤਿਗੁਰੂ ਕਹਿੰਦੇ ਭਾਈ ਮੰਝ ਤੂੰ ਵੀ ਜਹਾਜ਼ ਹੈ ਤੇ ਮੈਂ ਵੀ ਜਹਾਜ਼ ਹਾਂ। ਗੁਰਸਿੱਖ ਗੁਰਮੁਖ ਵੀ ਜਹਾਜ਼ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਜਹਾਜ਼ ਨੇ, ਪਰ ਫਰਕ ਹੈ ਇੱਕ। ਕਹਿੰਦੇ ਫਰਕ ਕਾਹਦਾ ਹੈ? ਕਹਿੰਦੇ ਸਮੁੰਦਰ ਦੇ ਨਾਲ ਜਾ ਕੇ ਵੇਖੀ, ਇੱਕ ਜਹਾਜ਼ ਹੁੰਦਾ ਜਿਹੜਾ ਕਈ ਮੀਲਾਂ ਵਿੱਚ ਹੁੰਦਾ, ਵੱਡਾ ਹੁੰਦਾ ਹੈ, ਤੇ ਇੱਕ ਹੁੰਦੇ ਨੇ ਛੋਟੇ ਛੋਟੇ ਜਹਾਜ਼ ਜਿਹੜੇ ਲਿਆ ਕੇ ਉਹਦੇ ਵਿੱਚ ਸਮਾਨ ਲੱਦਦੇ ਨੇ। ਇਹ ਦੋ ਤਰ੍ਹਾਂ ਦੇ ਜਹਾਜ਼ ਹੁੰਦੇ ਨੇ। ਗੁਰੂ ਤੇ ਵੱਡਾ ਜਹਾਜ਼ ਹੈ, ਗੁਰੂ ਤਾਂ ਸੁਪਰੀਮ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਪਰ ਗੁਰੂ ਨੂੰ ਛੋਟੇ ਜਹਾਜ਼ਾਂ ਦੀ ਲੋੜ ਪੈਂਦੀ ਏ, ਸਮਾਨ ਲਿਆ ਕੇ ਇਸ ਜਹਾਜ਼ ਤੱਕ ਛੱਡਣਾ। ਸਾਡੇ ਵਰਗਿਆਂ ਨੂੰ ਪ੍ਰੇਰ ਕੇ ਉਹ ਇੱਕ ਮਾਡਲ ਬਣ ਜਾਂਦੇ ਨੇ ਦੁਨੀਆ ਵਾਸਤੇ। ਦੁਨੀਆ ਉਹਨਾਂ ਨੂੰ ਪੁੱਛਦੀ ਹੈ ਤੁਸੀਂ ਕਿਸ ਗੁਰੂ ਦੇ ਸਿੱਖ ਹੋ, ਔਰ ਇਹ ਸਿੱਖੀ ਦੀ ਪ੍ਰਾਪਤੀ ਹੈ, ਔਰ ਸਿੱਖੀ ਦੀ ਇੰਤਹਾ ਹੈ ਕਿ ਕੋਈ ਸਾਨੂੰ ਪੁੱਛੇ ਵੀ ਤੂੰ ਦੱਸ ਕਿਹਦਾ ਸਿੱਖ ਹੈ। ਜੇ ਸਾਨੂੰ ਸਾਰੀ ਜ਼ਿੰਦਗੀ ਕਿਸੇ ਨੇ ਇਹ ਨਾ ਪੁੱਛਿਆ, ਲੱਗਦਾ ਕੰਮ ਖਰਾਬ ਰਿਹਾ ਸਾਰੀ ਉਮਰ। ਕਲਗੀਆਂ ਵਾਲੇ ਦਾ ਸਿੱਖ ਹੋਵੇ, ਬੋਲੇ ਤਾਂ ਚੰਗੀ ਗੱਲ ਏ, ਨਾਮ ਹੀ ਬੋਲੇ ਤੇ ਉਹਦੇ ਦਰਸ਼ਨ ਕਰਕੇ ਅਗਲੇ ਨੂੰ ਪੁੱਛਣਾ ਪਏ ਤੇਰੇ ਕੋਲ ਲੱਗਦਾ ਕੁਝ, ਤੇਰੇ ਕੋਲ ਕੋਈ ਹੀਰਾ ਲੱਗਦਾ, ਤੇਰੇ ਜੀਵਨ ਵਿੱਚੋਂ, ਤੇਰੀ ਹੋਂਦ ਵਿੱਚੋਂ, ਤੇਰੀ ਹਵਾ ਵਿੱਚੋਂ, ਬਹਿਣ ਖਲੋਣ ਦੇ ਵਿੱਚੋਂ ਕੋਈ ਖਾਸੀਅਤ ਲੱਗਦੀ ਹੈ, ਕੁਝ ਵਿਸ਼ੇਸ਼ਤਾ ਲੱਗਦੀ ਹੈ, ਤਾਂ ਸਮਝ ਲੈਣਾ ਉਹ ਗੁਰੂ ਦੀ ਕਿਰਪਾ ਜਿਹੜੀ ਲੱਗਦੀ ਹੈ। ਸਿੱਖ ਛੋਟਾ ਜਹਾਜ਼ ਹੈ। ਮੈਂ ਇਸ ਵਿਸ਼ੇ ਤੇ ਅੱਜ ਬੇਨਤੀ ਕਰ ਰਿਹਾ ਕਿ ਜੋ
वन पर्सन सिस्टम है, यानी कि वन एक मनुख की गल है, एक जथेदार की गल है, जां संत की गल है। इन्हां गल्लां दे उत्ते हुण कौम जाग पई है, हुण कोई गल नहीं चलेगी। हाँ, वो गल अलग तो है भी वो शख्सियत हुंदी किवें दी है, वो तो फिर गल अलग तो है। ये नहीं भी ਉਹਦੇ ਉੱਤੇ कोई भी बंदा केवल कुछ लिख के कर सकता, सिर्फ वो तो किस तरह की कदी तुसां शेर दे शरीर दे उत्ते शेर लिखिया होया नहीं वेखना भी ਉਹਦੇ मत्थे ते शेर लिखिया होवेगा। वो सानू पता है शेर दे लक्षण ने, शेर दी पावर है, शेर दियां ताकतां ने। वो पिछे नहीं मुड़दा, वो अपने नियम नूं पालदा है। साधु नूं ठीक है, मैं इत्थे इन्हां को महसूस करना भी नाम लिखना पाप है, नहीं। पाप उदों शुरू हुंदा जदों अंदर किते साडा स्वार्थ शुरू हुंदा है। जे स्वार्थ नहीं तां कोई भी साधन हो सकदा है। कईयां नूं नहीं पता लगदा, उन्हां नूं जलाओ भी करना पैंदा, विखाउणा भी पैंदा, कईयां नूं दसना पैंदा। एक वो भी है जिहदे सामने तुसीं भावें वस्त्र उतार के सीधे कपड़िਆਂ में चले जाओ, वो जानदा भी बंदा कौन है, वो शख्सियत नूं जानदा है, वो कपड़िਆਂ नूं नहीं वेंदा। पर कोई 2-4 साल बाद मिलता है तो वो फिर कहता है भी जे तुसीं पूरी बाणा ना पाया होवे, विशेषता ना होवे, तो वो तुहाडे ते शरधा नहीं करेगा बई इहदे वर्गी वो गल नहीं है। ये हुंदी है, जरूर हुंदी है। एक सिख का भी जिक्र आउंदा, 6वें पातशाह नूं उन्हें बेनती की सी, महाराज मैनूं मुक्ति की दात बख्शिश करो। महाराज कहंदे गुरु के सिखा टाइम रहिंदा, समा लगना। वो कहंदा महाराज जिवें भी हो सकदा है, मेरी बेनती है। कहंदे तेरी इच्छा पूरी तो हो चुकी है संसार वालों, तेनू संसार की भुख नहीं रही, तू मुक्त होने का हकदार है। जिवें एक कणक का दाना कणक का बूटा बनने का हकदार तो हो जाता है, पर उन्होंने सिट्टे तक जाण वास्ते टाइम की लोड़ पैंदी है। आपां भी कुछ कर रहे हैं ना, जे जप तप सिमरन, इत्थे बड़े सिंह आउंदे ने, पर चलो सानू तो टाइम ही नहीं मिलता। तो बाबा जी का धन्नवाद है जिन्होंने दर्शन करा दिते तुहाडे, इसे बहाने महाराज की खुशी मिल गई। नहीं तो विदेशों के विचों भी इत्थे सिंह जप तप करन आउंदे ने, क्योंकि ये कोई आम धरती नहीं। कुछ थां ऐसे ने, हरमंदर साहिब साडे जिहड़े तख्त ने, अस्थान ने, उन्हां दी ये विशेषता कि उत्थे तुहानूं सपोर्ट मिलदा, सहारा मिलता। जिहड़ा काम तुसीं कर रहे हो, उत्थों दी हवा, उत्थों दा ओरा सानू सहायता करदा सी। जिहड़े काम विच 20 सालां विच पहुंचना सी, हो सकदा 2 मिनटां विच गुरु कलगियां वाला इत्थे पहुंचा दे। ये गुरु दी किरपा। तां जिहड़ी गल मैं तुहाडे नाल बेनती कर रहा सी कि साध संगत जी, वो गुरु का सिख जदों ये कमाई करता है, ये इस पक्ष ते जांदा है, इस रस्ते ते तुरदा है, तो उन्होंने सपोर्ट दी, उन्होंने सहारे दी, उन्होंने इस धन की लोड़ पैंदी है, उन्होंने मुल तारन की लोड़ पैंदी है। तो उस थां ते साध संगत फिर गुरु दा ते साधुआं दा सहारा सानू सहायता करदा है। ते मैं एक गल ज्ञान की तुहाडे नाल कर रहा सी। ज्ञान जदों प्रगट हुंदा उच्ची अवस्था विच जाके, ते भाई मन जी की गल कर रहा सी कि उत्थे तुहानूं साधु सपोर्ट करदा है, तुहानूं सहायता करदा है। वो जिथे असीं कमज़ोर हाँ, साडी उंगल फड़ सकदा है। ते भाई मंझ की गल कर रहा सी मैं। भाई मंझ नूं जदों महाराज ने कहा तू मंझ गुरु का बोझ था, वो कहंदा सच्चे पातशाह जहाज ते तुसीं हो। कहंदे भाई मंझ तू छोटा जहाज है, ते तू अज जहाज नहीं, तू सदा काली वास्ते सिੱਖੀ विच जहाज मन्निया जाएगा। क्योंकि जिन्नी तू करड़ी तपस्या कीती, सेवा कीती है,
ਜਦੋਂ ਇਹ ਇਤਿਹਾਸ, ਇਹ ਗੱਲ ਗੁਰੂ ਕੇ ਸਿੱਖ ਸੁਣਨਗੇ ਤੇ ਉਹਨਾਂ ਦਾ ਤੂੰ ਜਹਾਜ਼ ਬਣ ਜਾਏਗਾ। ਉਹਨਾਂ ਦੀ ਸੁਰਤੀ ਤੇਰੇ ਆਸਰੇ ਨਾਲ ਮੇਰੇ ਤੱਕ ਆ ਜਾਏਗੀ, ਮੇਰੇ ਤੱਕ ਪਹੁੰਚ ਜਾਏਗੀ। ਗੁਰਸਿੱਖ ਜਹਾਜ਼ ਹੈ। ਗੁਰੂ का ਸਿੱਖ ਜਿਹੜਾ ਹੈ ਉਹ ਛੋਟਾ ਜਹਾਜ਼ ਹੈ ਗੁਰੂ ਤੱਕ ਲੈ ਕੇ ਜਾਣ ਵਾਸਤੇ। ਤੇ ਜਿਉਂ ਹੀ ਇਸ ਮਾਰਗ ਤੇ ਗੁਰਮੁਖ ਕਮਾਈ ਕਰਦਾ ਹੈ, ਵਿਸ਼ੇ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂ ਕਿ ਜਿਵੇਂ ਮਹਾਂਪੁਰਸ਼ਾਂ ਨੇ ਕਮਾਈ ਕੀਤੀ, ਸੰਤ ਬਾਬਾ ਨਿਧਾਨ ਸਿੰਘ ਜੀ ਨੇ, ਸੰਤ ਬਾਬਾ ਹਰਨਾਮ ਸਿੰਘ ਜੀ ਨੇ, ਬਾਬਾ ਆਤਮਾ ਸਿੰਘ ਜੀ, ਸਾਰੇ ਮਹਾਂਪੁਰਸ਼ਾਂ ਦੇ ਇਕੱਠੇ ਤੌਰ ਤੇ ਤਾਂ ਇਹ ਸਾਧ ਸੰਗਤ ਦੀ ਵਰਸੀ ਇਕੱਠੇ। ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਸਿਰਫ ਮੇਲੇ ਜਾਂ ਲੋਕਾਂ ਨੂੰ ਸੱਦਣਾ ਨਹੀਂ ਹੈ। ਉਹ ਕਿਣਕਾ ਸਦਾ ਹੀ ਜਿਉਂਦਾ ਰਹਿੰਦਾ ਹੈ। ਸਾਧੂ ਜਿੱਥੇ ਬੰਦਗੀ ਕਰਦਾ, ਉਹਦੇ ਤੱਤ ਸਦੀਆਂ ਤੱਕ ਉਸ ਜ਼ਮੀਨ ਤੇ ਰਹਿੰਦੇ ਨੇ, ਉਸ ਧਰਤੀ ਤੇ ਰਹਿੰਦੇ ਨੇ। ਪਰ ਆਪਾਂ ਉਹਨੂੰ ਕੈਚ ਕਰਨ ਵਾਸਤੇ ਆਏ ਆ ਤੇ ਤਾਂ ਹੈ ਨਾ। ਇੱਥੇ ਕਿਉਂ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਕੇ ਸਿੱਖ ਦੂਰੋਂ ਦੂਰੋਂ ਆਉਂਦੇ ਨੇ ਜਪ ਤਪ ਕਰਨ ਵਾਸਤੇ? ਉਹਦਾ ਇੱਕ ਕਾਰਨ ਹੈ, ਇਹ ਛੋਟੀਆਂ ਮੋਟੀਆਂ ਬਾਹਰ ਦੀਆਂ ਗੱਲਾਂ ਜੇ ਇਹਨਾਂ ਵਿੱਚ ਲੱਗ ਗਏ ਤੇ ਆਏ ਹੋਏ ਇੱਥੇ ਦਿਨ ਜਿਹੜੇ ਨੇ, ਜਿਸ ਕੰਮ ਦੇ ਆਪਾਂ ਸਮਰੱਥ ਨੇ ਉਹਨੂੰ ਛੇੜਨਾ ਨਹੀਂ ਚਾਹੀਦਾ, ਤੇ ਜਾਂ ਫਿਰ ਉਹ ਕੰਮ ਕਰ ਦੇਣਾ ਚਾਹੀਦਾ। ਜਿਹੜੇ ਅਸੀਂ ਗਲਤੀਆਂ ਕੱਢਦੇ ਹਾਂ ਵੀ ਆਹ ਚੀਜ਼ਾਂ ਇੰਝ ਨੇ, ਆਹ ਚੀਜ਼ਾਂ ਇੰਝ ਨੇ, ਜਾਂ ਤੇ ਆਪਣੇ ਕੰਮ ਜਿਹੜੇ ਆਏ ਆ ਉਹਨੂੰ ਕਰੋ। ਸਿਰਫ ਆਪਣੀ ਸਮਰੱਥਾ ਵੇਖ ਲਓ ਵੀ ਕਿੰਨੀਆਂ ਕੁ ਲੱਤਾਂ ਭਾਰ ਚੱਲਦੀਆਂ। ਤੇ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਨਹੀਂ, ਗਲਤ ਨੇ, ਤੇ ਫਿਰ ਉਹ ਸਮਰੱਥਾ ਨੂੰ ਵੇਖੋ ਵੀ ਤੁਹਾਡੇ ਕੋਲ ਹੈ ਕਿ ਨਹੀਂ। ਨਹੀਂ ਤਾਂ ਆਪਣਾ ਕੰਮ ਕਰਨਾ ਚਾਹੀਦਾ, ਸ਼ੇਰ ਬਿਰਤੀ ਨਾਲ ਆਉਣਾ ਚਾਹੀਦਾ। ਸ਼ੇਰ ਬਿਰਤੀ ਦਾ ਮਤਲਬ ਹੈ ਸ਼ੇਰ ਨੂੰ ਤੁਸੀਂ ਡੰਡਾ ਮਾਰੋ ਤੇ ਸ਼ੇਰ ਡੰਡੇ ਨੂੰ ਨਹੀਂ ਮਾਰਦਾ, ਡੰਡੇ ਨੂੰ ਮੂੰਹ ਵਿੱਚ ਨਹੀਂ ਪਾਉਂਦਾ, ਉਹ ਡੰਡਾ ਮਾਰਨ ਵਾਲੇ ਨੂੰ। ਇਹ ਉਦਾਹਰਨ ਹੈ ਸਿਰਫ ਇੱਕ ਪੱਖੀ। ਸਾਡਾ ਨਿਸ਼ਾਨਾ ਕੀ ਹੈ? ਅਸੀਂ ਇੱਥੇ ਆਏ ਹਾਂ ਕਿ ਅਸੀਂ ਉਸ ਕਿਣਕੇ ਨੂੰ, ਜਿਹਨੂੰ ਮਹਾਰਾਜ ਕਹਿੰਦੇ ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਣਕਾ ਛੋਟਾ ਜਿਹਾ ਹੁੰਦਾ, ਇੱਕ ਤਿਲ ਜਿਵੇਂ ਛੋਟਾ ਜਿਹਾ ਤਿਲ ਹੁੰਦਾ। ਨਾਮ ਇੰਨਾ ਸ਼ਕਤੀਸ਼ਾਲੀ ਹੈ ਵੀ ਇੱਕ ਕਿਣਕਾ ਵੀ ਜਿਹਦੇ ਹਿਰਦੇ ਵਿੱਚ ਵਸ ਜਾਏ, ਉਹਦੀ ਆਪਾਂ ਰੱਬ ਦੀ ਮਹਿਮਾ ਕਰਨੀ ਗੁਰੂ ਦੀ ਤਾਂ ਦੂਰ ਹੈ, ਉਸ ਸਰੀਰਧਾਰੀ ਮਨੁੱਖ ਦੀ ਵੀ ਮਹਿਮਾ ਨਹੀਂ ਕੀਤੀ ਜਾ ਸਕਦੀ। ਔਰ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਕਿਉਂਕਿ ਉਹ ਚੀਜ਼ ਮੁੱਕਦੀ ਨਹੀਂ ਹੈ। ਜਿਵੇਂ ਅੱਗ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਦੀਵਾ ਜਗਦਾ ਹੈ, 2 ਦੀਵੇ ਜਗਾਓ ਕਿ 10 ਜਗਾਓ ਕਿ 1000 ਜਗਾਓ ਕਿ ਕਰੋੜ ਜਗਾਓ, ਪਿਛਲੇ ਦੀਵੇ ਦੀ ਅੱਗ ਨਹੀਂ ਘਟਦੀ, ਅੱਗੋਂ ਨਵੇਂ ਦੀਵੇ ਜਗੀ ਜਾਂਦੇ ਹਨ। ਜੇ ਦੀਵਾ ਜਗਦਾ ਹੈ ਤਾਂ ਹੈ, ਤੇ ਜੇ ਦੀਵਾ ਢਿੱਲਾ ਮੱਠਾ ਹੈ ਫਿਰ ਤਾਂ ਸਾਧ ਸੰਗਤ ਜੀ ਹੋ ਸਕਦਾ ਥੋੜੇ ਜਿਹੇ ਦੀਵੇ ਜਗਾ ਕੇ ਵੀ ਕੰਮ ਉਹਦਾ ਵੀ ਗੁੱਲ ਹੋ ਜਾਏ, ਉਹ ਵੀ ਬੰਦ ਹੋ ਜਾਏ। ਇਹ ਪਾਵਰ ਹੈ, ਸ਼ਕਤੀ ਹੈ, ਨਾਮ ਦੀ ਸ਼ਕਤੀ ਹੈ। ਜਿਨ੍ਹਾਂ ਤੋਂ ਅੱਗੇ ਦੀਵੇ ਜਗਦੇ ਨੇ, ਇਹ ਸਿੱਖੀ ਦੀ ਜਿਹੜੀ ਗਾਡੀ ਰਸਤਾ ਹੈ, ਬਾਣੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਹੁਕਮ ਮੰਨ ਕੇ ਕਮਾਈ ਕਰਨੀ, ਤੇ ਸੰਗਤ ਦੀ ਸੇਵਾ ਜੋ ਇੱਥੇ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ। ਵੇਖੋ ਇਕੱਠ ਸਾਰੇ ਥਾਵਾਂ ਤੇ ਨੇ, ਮੁਬਾਰਕ ਨੇ, ਸਮਾਗਮ ਪੰਜਾਬ ਵਿੱਚ ਚੰਗੇ ਨੇ। ਇਹ ਮੈਂ ਤੁਹਾਨੂੰ ਕੋਈ ਖਾਸ ਤੌਰ ਤੇ ਵਡਿਆਈ ਨਹੀਂ ਕਰ ਰਿਹਾ, ਪਰ ਇੱਕ ਗੱਲ ਵਿਗਿਆਨਿਕ ਤੌਰ ਤੇ ਸੱਚ ਹੈ ਕਿ ਜਿਸ ਕੰਮ ਲਈ ਅਸੀਂ ਜ਼ਿਆਦੀ ਮਿਹਨਤ ਦੇ ਵਿੱਚੋਂ ਲੰਘਨੇ ਆ, ਉਸ ਕੰਮ ਵਾਸਤੇ ਸਾਡੇ ਵਿੱਚ ਜ਼ਿਆਦੇ ਜਜ਼ਬਾਤ ਪੈਦਾ ਹੋ ਜਾਂਦੇ ਨੇ। ਇੱਥੇ ਜਿਹੜਾ ਸਿੱਖ ਚੱਲ ਕੇ ਆਉਂਦਾ ਨਾ, ਇੱਕ ਤਪੱਸਿਆ ਤੇ ਉਹਦੇ ਇੱਥੇ ਆਉਣ ਦੀ ਹੋ ਜਾਂਦੀ ਹੈ। ਇੱਕ ਨੇ ਇਥੋਂ ਨੇੜਿਓਂ ਤੁਰ ਕੇ ਆਉਣਾ, ਇੱਕ ਦੂਰੋਂ ਤੁਰ ਕੇ ਆਉਂਦੇ ਨੇ। ਹੁਣ ਤਾਂ ਚਲੋ ਸਾਧਨ ਹੀ ਬੜੇ ਬਣ ਗਏ, ਹੁਣ ਤਾਂ ਜੇ ਵੇਖੋ ਤਾਂ ਗੱਲ ਹੀ ਕੋਈ ਨਹੀਂ ਖਾਸ। 24 ਘੰਟੇ ਵਿੱਚ ਬੰਦਾ ਇੱਥੇ ਪਹੁੰਚ ਜਾਂਦਾ, ਘੰਟੇ 2 ਘੰਟੇ ਵਿੱਚ ਜਹਾਜ਼ ਤੇ ਵੀ ਆ ਜਾਂਦਾ। ਉਹ ਸਮਾਂ ਸੀ, ਮੈਨੂੰ ਯਾਦ ਹੈ
ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਵੀ ਜਿਹੜੀ ਤਬਦੀਲੀ ਕ੍ਰਾਂਤੀ ਹੈ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੋਂ ਸ਼ੁਰੂ ਹੋਈ ਸੀ। ਤਾਂ ਬਾਬਾ ਕਰਤਾਰ ਸਿੰਘ ਜੀ, ਉਹਨਾਂ ਬਾਰੇ ਬਾਬਾ ਦਲੀਪ ਸਿੰਘ ਜੀ ਭੇਵੇ ਹੋ ਰਹਿੰਦੇ ਸੀ, ਭੇਵੇ ਸੇਵਾ ਕਰਦੇ ਸੀ ਬੌਲੀ ਸਾਹਿਬ। ਉਹ ਆਉਂਦੇ ਹੁੰਦੇ ਸੀ ਦਰਸ਼ਨਾਂ ਵਾਸਤੇ ਪੈਦਲ ਨੰਗੇ ਪੈਰੀ ਹਜੂਰ ਸਾਹਿਬ, ਤੇ ਆਪਣੇ ਮੋਢੇ ਤੇ ਪਾ ਕੇ ਕੋਈ ਕੱਪੜਾ ਤੇ ਉਹਦੇ ਵਿੱਚ ਪ੍ਰਸ਼ਾਦੇ ਗਿਣ ਕੇ ਪਾ ਲੈਣੇ ਰੋਜ਼ ਦਾ ਇੱਕ, ਵੀ ਇੰਨੇ ਦਿਨ ਲੱਗਣਗੇ, 30 ਦਿਨ ਲੱਗਣਗੇ ਜਾਣ ਦੇ, ਜਿੰਨੇ ਦਿਨ ਲੱਗਣਗੇ ਤੁਰ ਕੇ 30 ਪ੍ਰਸ਼ਾਦੇ ਪਾ ਲੈਣੇ, ਸੁਕਾ ਕੇ ਸੁੱਕ ਕੇ ਹੌਲੇ ਹੋ ਜਾਂਦੇ ਨੇ। ਤੇ ਇੱਕ ਦਿਨ ਵਿੱਚ ਇੱਕ ਪ੍ਰਸ਼ਾਦਾ ਜਿੱਥੇ ਪਾਣੀ ਮਿਲਣਾ ਉੱਥੇ ਪਾਣੀ ਵਿੱਚ ਭਿਉਂ ਕੇ ਖਾ ਲੈਣਾ, ਤੇ ਅਗਲਾ ਦਿਨ ਫਿਰ ਇੱਕ ਪੈਰ ਨਾਲ ਸਤਨਾਮ ਤੇ ਦੂਜੇ ਪੈਰ ਨਾਲ ਤੁਰਨਾ ਤੇ ਵਾਹਿਗੁਰੂ ਕਹਿਣਾ। ਸਾਧ ਸੰਗਤ ਜੀ ਕਿੱਡੀਆਂ ਵੱਡੀਆਂ ਕਮਾਈਆਂ ਸਨ, ਬੜਾ ਵੱਡਾ ਜਜ਼ਬਾਤ ਸੀ ਉਹ, ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਇਸ ਤਰ੍ਹਾਂ ਜ਼ਿੰਦਗੀਆਂ ਘੜੀਆਂ ਜਾਂਦੀਆਂ ਨੇ ਜਿਹੜੀਆਂ ਸਾਧ ਸੰਗਤ ਜੀ ਵੱਡੇ ਵੱਡੇ ਕੰਮ ਕੌਮ ਵਿੱਚ ਕਰਦੀਆਂ, ਉਹ ਜ਼ਿੰਦਗੀਆਂ ਇਸ ਤਰ੍ਹਾਂ ਘੜੀਆਂ ਜਾਂਦੀਆਂ ਨੇ। ਕੋਈ ਆਮ ਬੰਦੇ ਦੀ ਇਹ ਗੱਲ ਨਹੀਂ ਹੁੰਦੀ, ਕਮਾਈ ਕਰਕੇ ਉਹਦੇ ਵਿੱਚੋਂ ਲੰਘ ਕੇ ਨਿਕਲ ਕੇ ਹੁੰਦਾ। ਤਾਂ ਅੱਜ ਵੀ ਜਦੋਂ ਅਸੀਂ ਜੇ ਮਨ ਦੇ ਵਿੱਚ ਚਰਨ ਚਲੋ ਮਾਰਗ ਗੋਬਿੰਦ, ਮਿਟਾਏ ਪਾਪ ਜਪੀਏ ਹਰ ਬਿੰਦ, ਅੱਜ ਵੀ ਗੁਰਸਿੱਖ ਨੇ ਵੀ ਉੱਥੋਂ ਤੁਰਨਾ ਹੈ ਤੇ ਇੱਥੋਂ ਤੱਕ ਆਉਂਦਿਆਂ ਨੂੰ ਆਹ ਜਾਪ ਕਰਨਾ, ਇੰਨਾ ਚਿਰ ਕਰਨਾ, ਉਹ ਵੀ ਸਫਲ ਨੇ ਸਰੀਰਾਂ ਦੇ ਹਿਸਾਬ ਦੇ ਨਾਲ। ਇਹ ਨਾ ਸੋਚਣਾ ਵੀ ਹੁਣ ਕੋਈ ਸਫਲਤਾ ਨਹੀਂ, ਅੱਜ ਵੀ ਅਸੀਂ ਕਰ ਸਕਦੇ ਹਾਂ, ਸਾਡੇ ਕੋਲ ਬੜੇ ਸਾਧਨ ਨੇ ਵੀ ਇੰਨਾ ਜਾਪ ਕਰਨਾ ਹੈ। ਤੇ ਜੇ ਧਿਆਨ ਸਾਡਾ ਬਾਹਰ ਰਿਹਾ, ਯਾਤਰਾ ਵਾਲਾ ਸਿਸਟਮ ਰਿਹਾ, ਫਿਰ ਉਹਦੇ ਵਿੱਚ ਬਹੁਤੀ ਫਾਇਦਾ ਤਾਂ ਹੈ। ਮੈਂ ਰਾਤੀ ਵੀ ਕਿਹਾ ਸੀ ਲਾਭ ਜ਼ਰੂਰ ਹੈ, ਉਹ ਵਿਸ਼ਾ ਅੱਜ ਮੈਂ ਨਹੀਂ ਲੈ ਸਕਿਆ ਜੋ ਰਾਤ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਗੁਰੂ ਸਾਹਿਬ ਨੇ ਜਿਹੜਾ ਸਾਧ ਸੰਗਤ ਦਾ ਵਿਸ਼ਾ ਦਿੱਤਾ ਉਹ ਸਭ ਤੋਂ ਸੌਖਾ ਹੈ, ਆਨੰਦ ਦੇਣ ਵਾਲਾ ਹੈ, ਉਹਦੇ ਵਿੱਚ ਬਹੁਤ ਭਾਰੀ ਆਨੰਦ ਹੈ। ਸੋ ਉਹ ਫਿਰ ਅੱਗੇ ਸ਼ਾਮ ਨੂੰ ਹੁਣ 5 ਮਿੰਟ ਆਪਾਂ ਸਿਮਰਨ ਵੀ ਜ਼ਰੂਰ ਕਰਨਾ। ਸਵੇਰ ਦਾ ਦੀਵਾਨ ਹੈ, ਵੈਸੇ ਤੇ ਜਦੋਂ ਮਰਜ਼ੀ ਨਾਮ ਜਪੋ, ਸਵੇਰ ਦੇ ਦੀਵਾਨ ਵਿੱਚ ਨਾਮ ਬਾਣੀ ਦਾ ਜ਼ਿਆਦਾ ਜਿਹੜਾ ਮਨਾਂ ਨੂੰ ਉਹ ਛੂੰਹਦੀ ਹੈ। ਸੋ ਇਹ ਧਰਤੀ ਪਹਿਲੇ ਨਾਮ ਦੀਆਂ ਤਰੰਗਾਂ ਨਾਲ ਭਰੀ ਹੋਈ ਹੈ, ਗੁਰਮੁਖਾਂ ਸਾਧੂਆਂ ਦੇ ਇੱਥੇ ਕਣ ਕਣ ਇੱਥੇ ਮੌਜੂਦ ਹੈ। ਨਾਮ ਦਾ ਜਿਹੜਾ ਕਿਣਕਾ ਹੈ ਉਹ ਸਾਰੇ ਪਿਆਰ ਦੇ ਨਾਲ ਚੌਂਕੜਾ ਮਾਰ ਕੇ ਸਾਵਧਾਨ ਹੋ ਕੇ, ਕਿਉਂਕਿ ਜਿਸ ਸਰੀਰ ਦੇ ਨਾਲ ਪਹਿਲਾਂ ਨਾਮ ਜਪਣਾ, ਪਹਿਲਾਂ ਉਹਨੂੰ ਸਾਵਧਾਨ ਇਕਾਗਰ ਕਰਨਾ ਚਾਹੀਦਾ ਮਨ ਨੂੰ। ਸੋ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਿਆਰ ਨਾਲ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਸੋ ਸਾਧ ਸੰਗਤ ਜੀ, ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ, ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਸਾਰਿਆਂ ਦਾ ਬਹੁਤ ਧੰਨਵਾਦ। ਸਟੇਜ ਤੇ ਸੁਭਾਇਮਾਨ ਸਤਿਕਾਰਯੋਗ ਸ਼ਖਸੀਅਤਾਂ ਸਾਰਿਆਂ ਦਾ ਧੰਨਵਾਦ ਹੈ। ਔਰ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਦਿਨਾਂ ਦਾ ਆਪਾਂ ਲਾਭ ਲੈ ਕੇ ਸੇਵਾ ਸਿਮਰਨ ਕਰਕੇ ਮਹਾਂਪੁਰਸ਼ਾਂ ਦੀਆਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।